ਹਾਂਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਮੁੜ ਤੋਂ ਸਿਫਰਨਾਮਾ, ਜਿਸ ਦੇ ਤਹਿਤ ਅੱਜ ਆਖਰੀ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ। ਆਖਰੀ ਐਪੀਸੋਡ ਕਹਾਣੀ ਦਾ ਅੰਤ ਤੇ ਕਹਾਣੀ ਦਾ ਤੱਤ ਸਾਰ। ਤੁਹਾਡੇ ਨਾਲ ਮੈਂ ਸਿਫਰ ਨਵੀਸ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤ ਭਾਵਨਾਵਾਂ ਦੀ ਅਫਵਾਹ ਤੋਂ ਦਾਸਤਾਨ ਸ਼ੁਰੂ ਕਰਕੇ ਗੁਲਾਬੀ ਤਾਰੇ ਤੱਕ ਪਹੁੰਚਿਆ ਸੀ ਤੇ ਗੁਲਾਬੀ ਤਾਰੇ ਕਹਾਣੀ ਅੰਮ੍ਰਿਤ ਭਾਵਨਾਵਾਂ ਦੀ ਅਫਵਾਹ ਦੇ ਸਾਰੇ ਵੇਰਵੇ ਨੂੰ ਇੱਕ ਹਕੀਕੀ ਰੂਪ 'ਚ ਬਿਆਨ ਕਰਦੀ ਹੋਈ ਇੱਕ ਤੱਤਸਾਰ ਜੀਵੰਤ ਰੂਪ ਲੈ ਕੇ ਹਾਜ਼ਰ ਹੋਈ। ਅਸੀਂ ਸਾਰੇ ਹੀ ਉਹਦੇ ਨਾਲ ਨਾਲ ਤੁਰਦੇ ਆਏ ਹਾਂ, ਜਾਣਦੇ ਆਏ ਹਾਂ ਸਫ਼ਰ ਨੂੰ, ਜਿਸ ਦੇ ਨਾਲ ਤਲਖ ਵੀ ਹੋਈਆਂ ਕੁਝ ਗੱਲਾਂ, ਬਿਆਨੋ ਬਾਹਰੀਆਂ ਗੱਲਾਂ ਨੂੰ ਜ਼ਾਹਿਰ ਤੌਰ ਤੇ ਜਦੋਂ ਅਸੀਂ ਸੁਣਦੇ, ਸਮਝਦੇ ਤੇ ਵਿਚਾਰਦੇ ਹਾਂ, ਉਦੋਂ ਇੱਕ ਗੱਲ ਤਾਂ ਪੱਕੀ ਹੁੰਦੀ ਹੈ ਕਿ ਅਸੀਂ ਆਪਣੇ ਆਪ ਨਾਲ ਕਿੰਨਾ ਕੁ ਇਨਸਾਫ ਕਰ ਰਹੇ ਹਾਂ, ਕਿੰਨੇ ਕੁ ਅਸੀਂ ਸਮੇਂ ਦੇ ਹਾਣੀ ਹਾਂ ਤੇ ਸਮੇਂ ਦੀ ਤੋਰ ਨੂੰ ਪਛਾਣਦੇ ਹਾਂ। ਇਸ ਗੱਲ ਦੇ ਨਾਲ ਇਤਫਾਕ ਰੱਖਣ ਵਾਲੇ ਕਈ ਲੋਕ ਇਹਨਾਂ ਚੀਜ਼ਾਂ ਨਾਲ ਅੱਗੇ ਰੂਬਰੂ ਹੋਣ ਨੂੰ ਤਿਆਰ ਵੀ ਰਹਿੰਦੇ ਨੇ, ਪਰ ਕਈਆਂ ਨੂੰ ਉਲਝਣਾਂ ਵੱਧਦੀਆਂ। ਇਹ ਉਲਝਣਾਂ ਇਕੱਲੀਆਂ ਪਾਠਕਾਂ ਨੂੰ ਨਹੀਂ ਵੱਧਦੀਆਂ, ਜਿਹੜੇ ਇਸ ਕਹਾਣੀ ਨੂੰ ਜਿਉਂ ਰਹੇ ਸੀ ਉਹਨਾਂ ਲਈ ਵੀ ਉਵੇਂ ਹੀ ਵਧੀਆਂ। ਪਤਾ ਸੀ ਸਾਹਮਣੇ ਪਾਲੀ ਕੁਛ ਨਹੀਂ ਸੁਣ ਰਿਹਾ, ਅੱਗੇ ਹਾਲਾਤ ਬਦਲ ਰਹੇ ਸੀ, ਹਾਲਾਤਾਂ ਦੇ ਨਾਲ ਲੜ ਰਿਹਾ ਵਿਅਕਤੀ ਕਿਹੜੇ ਰਾਹਾਂ ਤੇ ਪਹੁੰਚ ਰਿਹਾ ਸੀ ਇਹ ਵੀ ਸਾਰੇ ਜਾਣਦੇ ਸੀ। ਰਾਣੀ ਗੁਲਨਾਜ਼ ਕੌਰ ਜਿੱਧਰ ਤੁਰ ਪਈ, ਰਾਣੀ ਗੁਲਨਾਜ਼ ਕੌਰ ਦਾ ਜਿਹੜਾ ਆਖਰੀ ਫੈਸਲਾ ਸੀ ਉਹਨੂੰ ਸਾਰੇ ਜਾਣਦੇ ਵੀ ਸੀ। ਤੇ ਟੋਰਾਂਟੋ ਵਿੱਚ ਸਰਦਾਰ ਹਰਚਰਨ ਸਿੰਘ ਨਿੰਮੋ ਝੂਣ ਹੋਏ ਬੈਠੇ ਸੀ ਇਸ ਵਕਤ। ਪ੍ਰਦੀਪ ਚਰਨਪ੍ਰੀਤ ਨੂੰ ਜਾ ਕੇ ਦੱਸਦੀ ਹੈ ਕਿ ਇੰਡੀਆ ਤੋਂ ਸ਼ਾਮ ਤੋਂ ਕੋਈ ਫੋਨ ਆਉਣ ਮਗਰੋਂ ਕਾਫੀ ਉਦਾਸ ਨੇ ਪ੍ਰੋਫੈਸਰ ਸਾਹਿਬ, ਪਤਾ ਨਹੀਂ ਕੀ ਗੱਲ ਹੈ। ਚਰਨਪ੍ਰੀਤ ਜਾ ਕੇ ਉਹਨਾਂ ਨੂੰ ਪੁੱਛਦਾ ਹੈ, ਕੀ ਗੱਲ ਹੋਈ ਪ੍ਰੋਫੈਸਰ ਸਾਹਿਬ, ਅੱਜ ਬਹੁਤ ਉਦਾਸੀਨ ਹੋਏ ਬੈਠੇ ਹੋ, ਕੋਈ ਖਾਸ ਗੱਲ? ਹਰਚਰਨ ਸਿੰਘ ਕਹਿਣ ਲੱਗੇ, ਨਹੀਂ ਉਦਾਸੀਨ ਨਹੀਂ ਆ ਪੁੱਤਰ, ਪਰ ਹਾਂ ਹੋਣੀ ਵਾਪਰਨ ਵਾਲੀ ਨਜ਼ਰੀ ਆ ਰਹੀ ਹੈ ਤੇ ਮੈਨੂੰ ਉੱਥੇ ਹਾਜ਼ਰ ਹੋਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪ੍ਰਦੀਪ ਕਹਿਣ ਲੱਗੀ, ਕੀ ਤੁਸੀਂ ਸਾਡੇ ਰੋਕਣ ਦੀ ਗੱਲ ਵੱਲ ਇਸ਼ਾਰਾ ਕਰ ਰਹੇ ਹੋ? ਹਰਚਰਨ ਕਹਿਣ ਲੱਗੇ, ਨਾ ਮੇਰੀ ਧੀਏ, ਐਦਾਂ ਦੀ ਕੋਈ ਗੱਲ ਨਹੀਂ, ਪਾਲੀ ਨਾਲ ਗੱਲ ਕਰਦਾ ਸਾਂ ਕੱਲ ਸ਼ਾਮੀ, ਬੜਾ ਨਿਰਮੋਹਾ ਤੇ ਸਖਤ ਜਿਹਾ ਜਾਪਦਾ ਸੀ, ਪਰ ਉਹਦੀ ਸਖਤੀ ਵੀ ਮੈਨੂੰ ਇੰਨੀ ਮੋਹ ਭਿੱਜੀ ਹੁੰਦੀ ਹੈ ਕਿ ਨਾ ਨਹੀਂ ਕੀਤੀ ਜਾ ਸਕਦੀ। ਉਹਦੀ ਗੱਲ ਦਾ ਨਾ ਕਰਕੇ ਵੀ ਮੈਨੂੰ ਕੁਝ ਮਿਲਣਾ ਨਹੀਂ। ਕਹਿੰਦਾ ਸੁਰਜੀਤ ਦੇ ਪਰਿਵਾਰ ਨੂੰ ਇੱਥੇ ਭੇਜਣ ਲੱਗਾ, ਮੈਂ ਇੱਥੇ ਹੀ ਠਹਿਰਾਂ, ਬਾਕੀ ਸਭ ਰੱਬ ਰਾਖਾ। ਸਮਝ ਨਹੀਂ ਆਉਂਦੀ ਕਿ ਮਨ ਦੇ ਡਰ ਨੂੰ ਝੂਠ ਮੰਨਾਂ ਜਾਂ ਫਿਰ ਉਹਦਾ ਕਹਿਣਾ ਨਾ ਮੰਨ ਕੇ ਪੰਜਾਬ ਚੱਲਿਆ ਜਾਵਾਂ। ਚਰਨਪ੍ਰੀਤ ਕਹਿਣ ਲੱਗਾ, ਫਿਕਰ ਨਾ ਕਰੋ ਪ੍ਰੋਫੈਸਰ ਸਾਹਿਬ, ਗੁਰੂ ਸਾਹਿਬ ਮੇਰਾ ਰੱਖਣਗੇ। ਵੈਸੇ ਵੀ ਇੰਨਾ ਲੰਬਾ ਸਮਾਂ ਉਹਨੇ ਖਤਰਿਆਂ ਵਿੱਚ ਕੱਢ ਵਿਖਾ ਲਿਆ ਹੈ, ਹੁਣ ਆਪਣੇ ਆਪ ਨੂੰ ਬੇਖੌਫ ਰੱਖਣਾ ਚਾਹੁੰਦਾ ਹੋਣਾ ਕਿ ਚੌਧਰਾਣੀ ਉਹਨੂੰ ਹੋਰ ਬਲੈਕਮੇਲ ਨਾ ਕਰ ਸਕੇ। ਵੈਸੇ ਵੀ ਰਾਣੀ ਗੁਲਨਾਜ਼ ਕੌਰ ਤਾਂ ਤੁਹਾਡੇ ਸਾਰਿਆਂ ਨਾਲ ਦੁਸ਼ਮਣੀ ਰੱਖਦੀ ਸੀ, ਪਾਲੀ ਨੇ ਕਿਹੜਾ ਵਿਗਾੜਿਆ ਉਹਦਾ ਕੁਝ? ਹਰਚਰਨ ਨਾਂਹ ਵਿੱਚ ਸਿਰ ਹਿਲਾਉਂਦੇ ਹੋਏ ਕਹਿਣ ਲੱਗਾ, ਗੁਲਨਾਜ਼ ਪਾਲੀ ਨੂੰ ਜਿਉਂਦਾ ਨਹੀਂ ਛੱਡ ਸਕਦੀ।
ਉਹਦੀ ਫਿਤਰਤ ਮੇਰੇ ਤੋਂ ਵੱਧ ਕੌਣ ਜਾਣਦਾ। ਮੇਰੇ ਪਿੰਡ ਸਿਕੰਦਰ ਕਲਾਂ ਦੀ ਧੀ ਹੈ ਉਹ। ਨਾਜਰ ਸਿੰਘ ਮੇਰੇ ਨਾਲ ਖੇਡਿਆ ਮੱਲਿਆ ਜੱਟ, ਜਿਹਦੇ ਨਾਲ ਭਲਵਾਨੀ ਜੋੜ ਬੜੇ ਘੁਲੇ ਸਨ। ਨਾਜਰ ਦੇ ਪਿਓ ਨੇ ਨਾਜਰ ਦੇ ਵੈਲੀ ਸੁਭਾਅ ਨੂੰ ਵੇਖਦੇ ਹੋਏ ਉਹਨੂੰ ਕਾਲਜ ਪੜ੍ਹਨ ਨਹੀਂ ਲਾਇਆ। ਰਾਣੀ ਨੂੰ ਐਮਐਡ ਕਰਵਾ ਦਿੱਤੀ। ਰਾਣੀ ਪੜ੍ਹਨ ਨੂੰ ਹੁਸ਼ਿਆਰ ਦੇ ਨਾਲ ਨਾਲ ਜਨੂੰਨੀ ਕੁੜੀ ਸੀ, ਜਿਹੜੀ ਯੂਨੀਵਰਸਿਟੀ ਵਿੱਚ ਵੀ ਸ਼ਰਨਜੀਤ ਦੀ ਜਮਾਤਨ ਹੋਣ ਦੇ ਨਾਲ ਨਾਲ ਉਹਦੀ ਗੂੜੀ ਸਹੇਲੀ ਸੀ। ਸ਼ਰਨਜੀਤ ਦਾ ਜਦੋਂ ਐਮਐਡ ਦੇ ਦਰਮਿਆਨ ਹੀ ਗੁਰਚਰਨ ਘਰੇ ਸਾਕ ਹੋਇਆ ਤਾਂ ਸਾਡੇ ਵਾਲੇ ਅਮਨੇ ਨੇ ਇਹਨੂੰ ਸਲਾਹ ਪੁੱਛ ਲਈ, ਪਰ ਉਹਨੂੰ ਵਕੀਲ ਪਸੰਦ ਨਹੀਂ ਸੀ। ਮਗਰੋਂ ਖਾਲਸਾ ਕਾਲਜ ਦੇ ਐਮਫਿਲ ਪੜ੍ਹੇ ਨਛੱਤਰ ਸਿੰਘ ਨਾਲ ਵਿਆਹੀ ਗਈ। ਮਹਿਲਾਂ ਵਾਲੀ ਸਕੂਲ ਵਿੱਚ ਅਧਿਆਪਕਾ ਨਿਯੁਕਤ ਹੋ ਗਈ। ਮੈਨੂੰ ਯਾਦ ਹੈ ਜਦੋਂ ਮੇਰੇ ਭਰਾ ਤਰਸੇਮ ਦੇ ਘਰੇ ਜ਼ਮੀਨ ਵੰਡ ਦਾ ਝਗੜਾ ਖੜਾ ਕੀਤਾ ਸੀ ਤਾਂ ਨਾਜਰ ਸਿਉਂ ਦੀ ਬਹਿਣੀ ਉੱਠਣੀ ਖਾਸੀ ਵੱਧ ਹੋ ਗਈ ਸੀ ਉਹਦੇ ਨਾਲ। ਹਰਸ਼ਰਨ ਨੇ ਸਿਕੰਦਰ ਕਲਾਂ ਦੀ ਸਰਪੰਚ ਹੋਣ ਦੇ ਬਾਵਜੂਦ ਗੁਰਨਾਜ਼ ਨੂੰ ਪੇਕੀ ਆਈ ਨੂੰ ਬੁਲਾਉਣ ਦੀ ਬਜਾਏ ਆਪ ਗੁਰਨਾਜ਼ ਘਰੇ ਮਿਲਣ ਗਈ। ਸਮਝਾਇਆ ਸੀ ਉਹਨੂੰ ਕਿ ਨਾਜਰ ਉਹਦੇ ਦਿਓਰਾਂ ਵਰਗਾ। ਸਾਡੇ ਘਰੇਲੂ ਮਸਲੇ 'ਚ ਤਰਸੇਮ ਉਹਦਾ ਨਜਾਇਜ਼ ਦਖਲ ਮੰਗਦਾ ਹੈ। ਸਾਂਭ ਲਿਆ ਉਹਨੂੰ, 19-21 ਕਿਤੇ ਵੀ ਹੋ ਸਕਦੀ ਹੈ। ਪਰ ਜਿਹੋ ਜਿਹਾ ਭਰਾ ਉਹੋ ਜਿਹੀ ਭੈਣ ਹੋਣੀ ਹੋ ਕੇ ਰਹੀ। ਉਦੋਂ ਬਾਅਦ ਮੈਂ ਜਦੋਂ ਦਾਨੇ ਮਿਲਖੇ ਆਇਆ ਸੀ ਤਾਂ ਇਹ ਤੋਂ ਪਰੇ ਹੀ ਰਹਿੰਦਾ ਸੀ। ਪਰ ਪਾਲੀ ਦੱਸਦਾ ਹੁੰਦਾ ਸੀ ਕਿ ਮਾਸਟਰਨੀ ਤੋਂ ਸਰਪੰਚਣੀ ਕਹਾਉਣ ਜੋਗੀ ਰਹਿ ਗਈ ਸੀ ਇਹ। ਭਰਜਾਈ ਤਾਂ ਬਾਹਲਾ ਦੱਸਦੀ ਨਹੀਂ ਸੀ ਇਹਦਾ ਹਾਲ, ਪਰ ਮੈਂ ਵੀ ਨਹੀਂ ਕਦੇ ਦੱਸਿਆ ਕਿ ਇਹ ਮੇਰੇ ਪਿੰਡ ਵੱਲੋਂ ਹੀ ਭੈਣ ਲੱਗਦੀ ਹੈ। ਵੈਸੇ ਵੀ ਜਿਹੜੇ ਟੱਬਰ ਨੇ ਮੈਨੂੰ ਮੇਰੇ ਆਪਣੇ ਮਾਪਿਓ ਦਾ ਕਾਤਲ ਬਣਾ ਦਿੱਤਾ ਸੀ, ਮੇਰਾ ਆਪਣਾ ਟੱਬਰ ਖੇਰੂ ਖੇਰੂ ਕਰ ਦਿੱਤਾ, ਉਹਦੇ ਨਾਲ ਕਾਹਦਾ ਹੇਜ। ਪਰ ਪਾਲੀ, ਪ੍ਰੀਤੀ, ਇੰਦਾ ਇਹਨੂੰ ਫੁੱਲਾਂ ਵਾਲੀ ਸੱਪਣੀ ਕਹਿੰਦੇ ਸੀ। ਇੰਦਾ ਬਾਲਾ ਭੋਲਾ ਸੀ, ਫਟਾਕ ਮੂੰਹ ਤੇ ਕਹਿ ਦਿੰਦਾ, ਤਾਇਆ ਜੀ ਉਹ ਫੁੱਲਾਂ ਵਾਲੀ ਸੱਪਣੀ ਦੇ 2 ਬਘਿਆੜ ਨੇ ਨਾ, ਉਹ ਉਹਨਾਂ ਨੂੰ ਮੁਸ਼ਟੰਡੇ ਬਣਾਉਂਦੀ ਰਹਿੰਦੀ ਹੈ, ਘੋਲਾਂ ਘੁਲਾਉਂਦੀ, ਲੜਨਾ ਸਿਖਾਉਂਦੀ ਹੈ। ਸਕੂਲੋਂ ਵੀ ਇਸ ਲਈ ਕੱਢੀ ਗਈ ਸੀ ਕਿਉਂਕਿ ਉਹਨੇ ਗੁੱਸੇ 'ਚ ਆਈ ਨੇ ਕਿਸੇ ਬੱਚੇ ਦੀ ਮਾਂ ਉੱਤੇ ਹੱਥ ਚੱਕਿਆ ਸੀ, ਜਿਹਦੇ ਹੱਕ 'ਚ ਗਵਾਹੀ ਪਾਲੀ ਦੀ ਮਾਂ ਨੇ ਦਿੱਤੀ ਸੀ। ਕਿੱਥੋਂ ਭੁੱਲਦੀ ਰਾਣੀ ਆਪਣੇ ਉਸ ਨੁਕਸਾਨ ਨੂੰ। ਬਦਲੇ ਵਿੱਚ ਉਹਨੇ ਵੀ ਦਾ ਲੱਗੇ ਇਹਨਾਂ ਬੱਚਿਆਂ ਉੱਤੇ ਹਰ ਜ਼ੁਲਮ ਕੀਤਾ ਤੇ ਜੁਰਮ ਵੀ ਕਰ ਗਈ। ਇਸ ਲਈ ਇਹ ਗੱਲ ਬੇਮਾਇਨੇ ਹੈ ਕਿ ਰਾਣੀ ਪਾਲੀ ਨੂੰ ਬਖਸ਼ ਦੇਗੀ। ਬਲਕਿ ਮੈਨੂੰ ਫਿਕਰ ਇਸ ਗੱਲ ਦਾ ਹੈ ਕਿ ਕਿਧਰੇ ਪਾਲੀ ਵੀ ਅੱਕਿਆ ਹੋਇਆ ਉਸਦੇ ਕਿਲੇ ਨੂੰ ਢਾਉਣ ਵਾਸਤੇ ਸਾਨੂੰ ਮਹਿਫੂਜ਼ ਕਰਨ ਦੀ ਸਹੁੰ ਤਾਂ ਨਹੀਂ ਚੁੱਕ ਬੈਠਾ। ਜੇਕਰ ਅਜਿਹਾ ਹੁੰਦਾ ਹੈ ਤਾਂ ਯਕੀਨਨ ਇਹਨਾਂ ਲੋਕਾਂ ਦੀ ਸ਼ਾਹ ਰਗ ਵੱਢ ਦਿੱਤੀ ਜਾਏਗੀ। ਪਤਾ ਨਹੀਂ, ਸਭ ਅਨਿਸ਼ਚਿਤ ਹੈ ਸਿਵਾਏ ਮੇਰੇ ਮਨ ਦੀ ਅਸ਼ਾਂਤੀ ਨੂੰ ਛੱਡ ਕੇ। ਫੁੱਲਾਂ ਵਾਲੀ ਸੱਪਣੀ ਹੁਣ ਗੁਲਾਬੀ ਤਾਰੇ ਨੂੰ ਡੋਬ ਪਾਉਂਦੀ ਹੈ ਜਾਂ ਨਹੀਂ, ਵੇਖਦੇ ਹਾਂ। ਪ੍ਰਦੀਪ ਕਹਿਣ ਲੱਗੀ, ਮਤਲਬ ਕਿ ਪੰਜਾਬ ਵਿੱਚ ਸਿਧਾਂਤਕ ਟਕਰਾਅ ਹੈ ਹੀ ਨਹੀਂ ਕਿਸੇ ਦਾ। ਵੱਡੇ ਵੱਡੇ ਮਸਲੇ ਵੀ ਨਿੱਜੀ ਦੁਸ਼ਮਣੀਆਂ ਵਿੱਚ ਬੰਨੇ ਹੋਏ ਨੇ। ਇਹਦੇ ਚੋਂ ਮੁਲਕ ਦੀ ਤਰੱਕੀ ਵਾਲੇ ਵਿਖਾਵੇ ਵਾਲਾ ਫੱਟਾ ਕਿਹਦੇ ਵਾਸਤੇ ਵਰਤਿਆ ਜਾਂਦਾ? ਕੋਈ ਵੀ ਸ਼ਖਸ ਕਿਸੇ ਵੀ ਪੱਖੋਂ, ਸਿਆਸੀ, ਧਾਰਮਿਕ, ਸਮਾਜਿਕ, ਇੱਥੋਂ ਤੱਕ ਕਿ ਭਵਿੱਖ ਪ੍ਰਤੀ ਵੀ ਸੰਜੀਦਗੀ ਨਹੀਂ ਦਿਖਾ ਰਿਹਾ। ਸਿਧਾਂਤਾਂ ਦਾ ਰੌਲਾ ਪਾਉਣ ਵਾਲੇ ਵਿਦਵਾਨ ਤੇ ਵਿਦਿਆਰਥੀ ਹੋਰ ਹੀ ਰਾਹਾਂ 'ਚ ਗਵਾਚੇ ਹੋਏ ਆ। ਅਨਪੜ੍ਹ ਬਾਬਿਆਂ ਨੂੰ ਤਦ ਤੱਕ ਕੋਈ ਗੱਲ ਨਹੀਂ ਸਮਝ ਆਉਣੀ ਜਦ ਤੱਕ ਪੰਜਾਬ ਉੱਜੜ ਨਾ ਗਿਆ। ਇਸ ਦਾ ਨਜਾਇਜ਼ ਫਾਇਦਾ ਚੁੱਕਣ ਵਾਲਿਆਂ ਨੇ ਹੁਣ 24 ਘੰਟੇ ਪੰਜਾਬੀਓ ਜ਼ਮੀਰ ਜਗਾਓ, ਪੰਜਾਬੀਓ ਪੰਜਾਬ ਬਚਾਓ ਦੀ ਰੱਟ ਫੜੀ ਹੋਈ ਹੈ। ਵਿੱਚੋਂ ਨਿਕਲਦਾ ਕੱਖ ਵੀ ਨਹੀਂ। ਆਖਰ ਇਹ ਸਭ ਹੈ ਕੀ ਚੀਜ਼ ਜੋ ਸਾਡੇ ਸਿਰਾਂ ਉੱਤੇ ਨੱਚਦੀ ਫਿਰਦੀ ਹੈ? ਕਿਹੜੇ ਭਾਰ ਨੂੰ ਢੋ ਰਹੇ ਹਾਂ ਬੋ ਮਾਰਦੀ ਸੱਭਿਅਤਾ ਦੇ ਅੰਨੇ ਰਾਖੇ? ਚਰਨਪ੍ਰੀਤ ਪ੍ਰਦੀਪ ਦੇ ਹਾਲ ਨੂੰ ਸਮਝਦਾ, ਪਰ ਗੱਲ ਨੂੰ ਬਦਲਦਾ ਹੋਇਆ ਕਹਿੰਦਾ, ਚੱਲ ਕੋਈ ਨਹੀਂ, ਮੈਂ ਵੇਖਦਾ ਚੱਲ ਕੀ ਰਿਹਾ ਉੱਥੇ। ਹਾਲਾਤ ਨਾਜ਼ੁਕ ਨੇ, ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਹੋਏਗੀ, ਪਰ ਸਾਨੂੰ ਸਭ ਦੀ ਜ਼ਰੂਰਤ ਹੈ। ਬੋਲਾਂਪੁਰ ਸਰਦਾਰ ਸੁਰਜੀਤ ਸਿੰਘ ਦੇ ਬੂਹੇ ਦੀ ਘੰਟੀ ਵੱਜਦੀ ਹੈ। ਗੁਰਮੀਤ ਕੌਰ ਬੂਹਾ ਖੋਲ੍ਹਦੀ ਹੈ ਤੇ ਸਾਹਮਣੇ ਇੱਕ ਖੱਤ ਤੇ ਸਰਕਾਰੀ ਦਸਤਾਵੇਜ਼ ਲੈ ਕੇ ਐਡਵੋਕੇਟ ਨਵਕਿਰਨ ਕੌਰ ਖੜੀ ਹੈ। ਉਹ ਹੈਰਾਨ ਸੀ। ਅੰਦਰ ਆਉਣ ਨੂੰ ਕਹਿ ਕੇ ਉਹ ਘਰਦਿਆਂ ਦੇ ਨਾਲ ਉਹਦੀ ਜਾਣ ਪਛਾਣ ਕਰਾਉਂਦੀ ਹੈ। ਗੱਲਾਂ ਬਾਤਾਂ ਨਾਲ ਉਹਨੇ ਆਪਣੀ ਆਉਣ ਦੀ ਵਜ੍ਹਾ ਦੱਸੀ ਕਿ ਉਹਨੂੰ ਐਡਵੋਕੇਟ ਅਮਨਪ੍ਰੀਤ ਸਿੰਘ ਤੇ ਮਨਿੰਦਰ ਕੌਰ ਨੇ ਭੇਜਿਆ ਹੈ
ਨਾਲ ਹੀ ਉਹ ਖੱਤ ਤੇ ਦਸਤਾਵੇਜ਼ਾਂ ਨੂੰ ਅੱਗੇ ਕਰਦੀ ਹੈ, ਜਿਹਨੂੰ ਪੜ੍ਹਨ ਲੱਗੀ ਗੁਰਮੀਤ ਇੱਕਦਮ ਸੁੰਨ ਹੋ ਗਈ। ਗੁਰਮੀਤ ਕਹਿਣ ਲੱਗੀ, ਇਹ ਕੀ ਹੈ? ਮਤਲਬ ਇਹਨਾਂ ਨੂੰ ਕਦੋਂ ਪਤਾ ਲੱਗਿਆ ਕਿ ਸਾਡਾ ਵੀਜ਼ਾ ਆਉਣ ਵਾਲਾ ਹੈ, ਤੇ ਅੰਮ੍ਰਿਤ ਨੂੰ ਆਪਣੇ ਤੋਂ ਦੂਰ ਕਿਉਂ ਕਰ ਰਹੀ ਹੈ ਮਨਿੰਦਰ? ਨਵਕਿਰਨ ਕਹਿਣ ਲੱਗੀ, ਫੈਸਲਾ ਬਹੁਤ ਸਖਤ ਹੈ, ਪਰ ਸ਼ਾਇਦ ਵਕਤ ਦੀ ਇਹ ਮੰਗ ਵੀ ਹੈ ਤੇ ਸਭ ਤੋਂ ਕੀਮਤੀ ਜ਼ਰੂਰਤ ਵੀ। ਤੁਹਾਡੀ ਕੱਲ੍ਹ ਸਵੇਰ ਦੀ ਫਲਾਈਟ ਹੈ, ਜਲਦ ਤੋਂ ਜਲਦ ਅੰਮ੍ਰਿਤ ਨਾਲ ਕੈਨੇਡਾ ਚਲੇ ਜਾਓ। ਮੈਂ ਇਹ ਦਸਤਾਵੇਜ਼ ਜਾ ਕੇ ਅੰਬੈਸੀ ਵਿੱਚ ਲਗਾ ਦੇਣੇ ਨੇ, ਬਾਕੀ ਸਭ ਇਜਾਜ਼ਤਾਂ ਮਿਲ ਚੁੱਕੀਆਂ ਨੇ। ਪਰ ਕਿਰਨ, ਉਹ ਬੱਚੀ ਨਾਲ ਜਾਏਗੀ ਵੀ? ਉਹ ਤਾਂ ਮਸਾਂ ਮੈਨੂੰ 2 ਵਾਰ ਮਿਲੀ ਸੀ। ਨਾਲੇ ਸਾਡਾ ਹਜੇ ਪਾਲੀ ਨੂੰ ਮਿਲੇ ਬਗੈਰ ਜਾਣ ਦਾ ਕੋਈ ਇਰਾਦਾ ਨਹੀਂ। ਨਵਕਿਰਨ ਕਹਿਣ ਲੱਗੀ, ਇਹ ਪ੍ਰਬੰਧ ਪਾਲੀ ਨਹੀਂ ਕਰਵਾ ਕੇ ਦਿੱਤੇ ਨੇ ਐਡਵੋਕੇਟ ਸਾਹਿਬਾ। ਇਸ ਵਕਤ ਸਾਨੂੰ ਸਭ ਨੂੰ ਆਪੋ ਆਪਣੇ ਕੰਮਾਂ ਨੂੰ ਵਕਤ ਬਹੁਤ ਥੋੜ੍ਹਾ ਦੇ ਰਿਹਾ ਹੈ, ਇਸ ਲਈ ਅਸੀਂ ਉਹਦਾ ਅਗਲਾ ਕਦਮ ਨਹੀਂ ਸਮਝ ਪਾ ਰਹੇ ਕਿ ਉਹ ਚਾਹੁੰਦਾ ਕੀ ਹੈ। ਪਰਮਜੀਤ ਦੀ ਸਾਰੀ ਪੇਂਟਿੰਗ ਆਪ ਖਰੀਦ ਕੇ ਉਹਨੂੰ ਹੀ ਮੋੜ ਦਿੱਤੀਆਂ। ਫਿਲਹਾਲ ਉਹ ਦਿੱਲੀ ਹੀ ਨੇ, ਪਰ ਅੱਜ ਪੰਜਾਬ ਨੂੰ ਤੁਰ ਪੈਣਗੇ। ਪਰ ਤੁਹਾਨੂੰ ਇਹ ਮੰਗ ਮੰਨਣੀ ਪਏਗੀ, ਜਲਦ ਤੋਂ ਜਲਦ ਚੱਲਣਾ ਪਏਗਾ। ਸੁਰਜੀਤ ਸਿੰਘ ਕਹਿਣ ਲੱਗੇ, ਕੀ ਮੈਂ ਇਸ ਵਕਤ ਉਸ ਸ਼ਖਸ ਨਾਲ ਗੱਲ ਕਰ ਸਕਦਾ ਜਿਹੜਾ ਪੰਜਾਬ ਦਾ ਪਰਉਪਕਾਰੀ ਸੰਤ ਬਣ ਕੇ ਅਵਤਾਰ ਧਾਰ ਰਿਹਾ? ਇਹ ਵਿਅੰਗ, ਦੁੱਖ ਤੇ ਕ੍ਰੋਧ ਦੀ ਇੰਤਹਾ ਸੀ ਸੁਰਜੀਤ ਸਿੰਘ ਦੀ। ਕਸੀਸ ਵੀ ਨਹੀਂ ਵੱਟ ਸਕਦਾ ਸੀ, ਪਰ ਜਿਹੜੀ ਚੀਜ਼ ਉਹਦੇ ਅੰਦਰ ਉੱਠਦੀ ਸੀ, ਦੱਸ ਵੀ ਨਹੀਂ ਸੀ ਹੋ ਰਹੀ। ਨਵਕਿਰਨ ਕਹਿਣ ਲੱਗੀ, ਜੀ ਮੈਂ ਹੁਣੇ ਕੋਸ਼ਿਸ਼ ਕਰਦੀ ਹਾਂ। ਉਹਨੇ ਐਡਵੋਕੇਟ ਅਮਨਪ੍ਰੀਤ ਨੂੰ ਫੋਨ ਲਗਾਇਆ। ਵੀਰੇ, ਜਲਦੀ ਇੰਦਰਪਾਲ ਸਿੰਘ ਜੀ ਨਾਲ ਸੰਪਰਕ ਕਰਿਓ, ਸੁਰਜੀਤ ਸਿੰਘ ਜੀ ਗੱਲ ਕਰਨਾ ਚਾਹੁੰਦੇ ਨੇ। ਅਮਨਪ੍ਰੀਤ ਕਹਿੰਦਾ, ਠੀਕ ਹੈ, ਕੁਝ ਪਲ ਇੰਤਜ਼ਾਰ ਕਰ, ਉਹਨਾਂ ਨੂੰ ਹੀ ਕਹਿ ਦਿੰਨਾ, ਕਰਦੇ ਨੇ ਸੰਪਰਕ। ਸੁਰਜੀਤ ਸਿੰਘ ਦੇ ਫੋਨ ਦੀ ਘੰਟੀ ਵੱਜਦੀ ਹੈ। ਚੁੱਕਦੇ ਸਾਰ ਕਹਿੰਦੇ ਨੇ ਉਹ, ਆਦਾਬ ਪੁੱਤਰ ਜੀ, ਕਿਵੇਂ ਚੇਤੇ ਆਉਣੇ ਹੋਏ ਸਾਡੇ ਅੱਜ? ਇੰਦਰਪਾਲ ਕਹਿੰਦਾ, ਮਾਮਾ ਜੀ, ਹਾਲੇ ਤਾਂ ਤੁਹਾਨੂੰ ਮੇਰੇ ਚੇਤੇ ਆਏ ਨੇ, ਮੈਂ ਥੋੜਾ ਅਰਸਾ ਠਹਿਰ ਕੇ ਯਾਦ ਕਰਾਂਗਾ, ਹੁਕਮ ਕਰੋ। ਪੁੱਤ, ਤੂੰ ਸਾਡੀ ਹਲੀਮੀ ਦਾ ਫਾਇਦਾ ਰੱਜ ਚੱਕਦਾ। ਮੈਨੂੰ ਇਹ ਦੱਸ ਦੇ ਕਿ ਚਾਹੁੰਦਾ ਕੀ ਹੈ ਤੂੰ? ਇੰਦਰਪਾਲ ਕਹਿਣ ਲੱਗਾ, ਜੀ ਮੈਂ ਉਹੀ ਚਾਹੁੰਦਾ ਜੋ ਦਾਨੇ ਮਿਲਖੇ ਤੋਂ ਬੋਲਾਪੁਰ ਲਿਆਉਣ ਵੇਲੇ ਤੁਸੀਂ ਚਾਹਿਆ ਸੀ। ਅੱਛਾ, ਪਰ ਉਸ ਦਾ ਇਸ ਨਾਲ ਕੀ ਲੈਣ ਦੇਣ? ਤੁਹਾਨੂੰ ਉੱਥੇ ਖਤਰਾ ਸੀ, ਸਾਨੂੰ ਇੱਥੇ ਖਤਰੇ ਨਾਲ ਬਚਾਉਣ ਵਾਲੇ ਵੀ ਹੈਗੇ ਨੇ। ਇੰਦਰਪਾਲ ਕਹਿਣ ਲੱਗਾ, ਗਲਤਫਹਿਮੀ ਤੋੜਨੀ ਬਹੁਤ ਜ਼ਰੂਰੀ ਹੁੰਦੀ ਹੈ ਮਾਮਾ ਜੀ। ਅਸੀਂ ਆਪਣੀ ਗਲਤਫਹਿਮੀ ਤੋੜ ਕੇ ਦਾਨਾ ਮਿਲਖਾ ਛੱਡ ਆਏ ਸੀ। ਤੁਹਾਨੂੰ ਵੀ ਇੱਥੋਂ ਮਹਿਫੂਜ਼ ਹੋਣਾ ਪਏਗਾ, ਆਪਣੇ ਲਈ ਨਾ ਸਹੀ, ਅੰਮ੍ਰਿਤ ਲਈ ਤਾਂ ਚੱਲਣਾ ਹੀ ਪਏਗਾ। ਪੁੱਤਰ, ਉਹ ਤਾਂ ਸਭ ਮੰਨ ਹੀ ਲਈ ਤੇਰੀ ਗੱਲ, ਪਰ ਘੱਟੋ ਘੱਟ ਮਿਲ ਤਾਂ ਲੈਂਦੇ ਇੱਕ ਵਾਰ ਤੈਨੂੰ ਜਾਣ ਤੋਂ ਪਹਿਲਾਂ। ਇੰਨੀ ਵੀ ਆਫਤ ਨਹੀਂ ਆਈ ਹਜੇ। ਮਾਮਾ ਜੀ, ਮੈਂ ਤੁਹਾਡੇ ਨਾਲ ਹੀ ਹਾਂ ਹਰ ਵਕਤ। ਤੁਸੀਂ ਇੱਥੋਂ ਬਾਹਰ ਪਹੁੰਚੋ, ਇੱਥੇ ਕੁਝ ਮੁੱਕਣ ਨਹੀਂ ਦੇਣ ਲੱਗਾ ਮੈਂ। ਨਾਲੇ ਇਹ ਕਾਹਤੋਂ ਸੋਚਦੇ ਕਿ ਮੈਨੂੰ ਇਹ ਮੁਕਾ ਦੇਣਗੇ? ਸੌਖਾ ਹੈ ਕਿਤੇ। ਭੁੱਲ ਜਾਓ ਤੁਸੀਂ ਵੀ ਆਹ ਗੱਲ, ਤੇ ਮਹਿਲਾਂ ਵਾਲੀ ਦੀ ਰਾਣੀ ਨੂੰ ਚੇਤੇ ਮੈਂ ਆਪੇ ਦਵਾ ਦੇਣੀ ਹੈ। ਬਾਕੀ ਤੁਸੀਂ ਝੱਬ ਕਰਕੇ ਤੁਰੋ ਹੁਣ ਬਸ। ਹਾਂ, ਆਹ ਕੀਤੀ ਗੱਲ ਹੌਸਲੇ ਵਾਲੀ। ਹੁਣ ਥੋੜਾ ਸਕੂਨ ਵੱਜਾ। ਰੱਬ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਪੁੱਤ, ਛੇਤੀ ਮਿਲੀ, ਚੰਗਾ। ਸ਼ਾਮ ਨੂੰ ਬੋਲਾਪੁਰ ਤੋਂ ਦਿੱਲੀ ਹਵਾਈ ਅੱਡੇ ਵੱਲ ਨੂੰ ਪੂਰੇ ਪਰਿਵਾਰ ਨਾਲ ਗੁਰਮੀਤ ਤੁਰ ਪੈਂਦੀ ਹੈ। ਇਹ ਕੱਚੇ ਜਨੂਨ ਵਾਲੀ ਪੱਕੀ ਮਜ਼ਾਰ ਹੈ। ਇੱਥੇ ਸੂਹੇ ਸਕੂਨ ਉੱਤੇ ਅੰਤਾਂ ਦਾ ਵਾਰ ਹੈ। ਕੁਝ ਮਹਿਫਿਲ ਦੇ ਰੰਗ ਸੀ ਹੋਏ ਜ਼ਰਦਰੂ, ਕੁਝ ਮਾਫੀਨਾਮੇ ਮੰਗ ਕੇ ਹੋਏ ਸੀ ਸੁਰਖਰੂ। ਕਈ ਕੱਚੇ ਲਿਖਾਰੀ ਦੀ ਵਾਹੀਆਂ ਲੀਕਾਂ, ਕੋਈ ਭੁੱਬਾਂ ਮਾਰ ਵਿਹੜੇ ਡਾਢੀਆਂ ਚੀਕਾਂ। ਸੰਗ ਦਿਲੀ ਦੇ ਨਜ਼ਰਾਨੇ ਮਿਲਦੇ ਰਹੇ ਸੀ, ਤੰਗ ਦਿਲੀ ਦੇ ਆਸ਼ਿਆਨੇ ਖਿਲਦੇ ਰਹੇ ਸੀ। ਕੋਈ ਆਖੇ ਜੇ ਅੱਲਾ ਤਾਂ ਰਾਮ ਦੇ ਝਗੜੇ, ਕੋਈ ਆਖੇ ਜੇ ਅੱਲਾ ਤਾਂ ਸੀ ਰਾਮ ਦੇ ਝਗੜੇ। ਇਸ ਮੁਲਕ ਨੂੰ ਖਾ ਗਏ ਸੀ ਹਰਾਮ ਦੇ ਝਗੜੇ। ਇੱਥੇ ਵਿਕਦੇ ਨੇ ਖੁਦਾਵੰਦ ਧੇਲੀਆਂ ਟਕਿਆਂ ਵਿੱਚ, ਇੱਥੇ ਲੜਦੇ ਨੇ ਕਾਫਰ ਜੰਗ ਹੋਈ ਸਕਿਆਂ ਵਿੱਚ। ਕਿਹੜਾ ਦੀਨ ਤੇ ਖੁਆਬਾਂ ਵਿੱਚ ਕੱਚੀ ਭੰਗ ਘੋਲੇ, ਕੌਣ ਮਜ਼ਹਬਾਂ ਦੇ ਰੌਲੇ ਵਿੱਚ ਅਨਲ ਹੱਕ ਬੋਲੇ।
ਨਵੀਂ ਕੋਈ ਕੌਮੀ ਨਾਅਰੇਬਾਜ਼ੀ ਕਰਕੇ ਵੰਗਾਰੋ, ਕੋਈ ਲੀੜਾ ਰੰਗਾ ਕੇ ਨਵਾਂ ਜਾਮਾ ਸ਼ਿੰਗਾਰੋ। ਇਹ ਧੰਦੇਬਾਜ਼ਾਂ ਵਾਲਾ ਇੱਕ ਵੱਖਰਾ ਸੈਲਾਬ ਹੈ। ਇਸ ਸਿਫਰ ਨਵੀਸ ਲਈ ਮੁੱਦਾ ਹੀ ਖਰਾਬ ਹੈ। ਇਸ ਸਿਫਰ ਨਵੀਸ ਲਈ ਮੁੱਦਾ ਹੀ ਖਰਾਬ ਹੈ। ਚੰਡੀਗੜ੍ਹ ਲੰਘਦਿਆਂ ਪੰਚਾਇਤੀ ਮੈਂਬਰਾਂ ਦਾ ਭਰਵਾਂ ਇਕੱਠ ਸੜਕ ਉੱਤੇ ਜਾਮ ਲਗਾਈ ਬੈਠਾ ਸੀ। ਬੱਸ ਵਿੱਚ ਸਫ਼ਰ ਕਰਦਿਆਂ ਪਾਲੀ ਆਪਣੀ ਰੌਂ ਵਿੱਚ ਮਸਤ ਸੀ। ਬਾਹਰ ਵੇਖਿਆ ਨਾਅਰੇਬਾਜ਼ੀ ਨਾਲ ਜਸ਼ਨ ਮਨਾਏ ਜਾ ਰਹੇ ਸੀ। ਨਾਲ ਕਿਸਾਨ ਯੂਨੀਅਨ ਵਾਲੇ ਬਾਬੇ ਵੀ ਖੜੇ ਵੇਖ ਕੇ ਕੰਡਕਟਰ ਕਹਿਣ ਲੱਗਾ, ਆਹ ਮਜਮਾ ਨਹੀਂ ਉੱਠਣ ਲੱਗੇ ਛੇਤੀ ਕਿਤੇ। ਹੁਣ ਬਸ ਠਹਾਕਾ ਗੂੰਜਿਆ। ਪਾਲੀ ਹੱਸ ਕੇ ਕਹਿਣ ਲੱਗਾ, ਚੱਲ ਕੰਡਕਟਰ ਬਾਊ, ਹੁਣ ਬੱਸ ਨੂੰ ਹੱਥੇ ਹੀ ਖਿਲਾਰ ਲੈ, ਮੇਲਾ ਵੇਖਣ ਦੇ ਸਵਾਰੀਆਂ ਨੂੰ ਜਰਾ ਜਨੌਰਾਂ ਦਾ। ਇਹ ਕਹਿ ਕੇ ਕੰਬਲੀ ਦੀ ਬੁੱਕਲ ਮਾਰ ਕੇ ਪਾਲੀ ਬੱਸ ਤੋਂ ਹੇਠਾਂ ਲੰਗੜਾਉਂਦੇ ਪੈਰ ਟਿਕਾਉਂਦਾ ਤੁਰ ਪਿਆ। ਸਾਹਮਣੇ ਤਕਰੀਰ ਚੱਲ ਰਹੀ ਸੀ, ਪੰਜਾਬ ਦੀ ਜਿੱਤ ਦੀ, ਲੰਬੇ ਸੰਘਰਸ਼ ਦੀ ਸ਼ਾਨਦਾਰ ਜਿੱਤ। ਪੰਚਾਇਤੀ ਰਾਜ ਮੁਕੰਮਲ ਬਹਾਲੀ ਮਗਰੋਂ ਅੱਜ ਚੋਣਾਂ ਦੇ ਐਲਾਨਨਾਮੇ ਮਿਲ ਗਏ। ਤਕਰੀਰ ਬਹੁਤ ਜੋਸ਼ੀਲੀ ਚੱਲ ਰਹੀ ਸੀ ਕਿ ਭੀੜ ਦੇ ਅਖੀਰ 'ਚ ਪਾਲੀ ਉੱਚਾ ਹੋਕਰਾ ਮਾਰਦਾ ਹੈ, ਡਾਢੇ ਵਕਤ ਦੇ ਵਣਜਾਰਿਆ ਜ਼ਰਾ ਥੱਲੇ ਵੀ ਵੇਖ, ਹਾਲੇ ਤਾਂਡਵ ਸਿਰ ਨੱਚਣੇ ਨੇ, ਤਮਾਸ਼ੇ ਕੱਲੇ ਵੀ ਵੇਖ। ਓਏ ਤੂੰ ਉੱਡਦਾ ਨਾ ਫਿਰ ਲੋਕਾ, ਨਾ ਐਵੇਂ ਖੰਭ ਤੂੰ ਖਿਲਾਰ, ਰਹਿਬਰ ਅੰਨੇ ਬਹੁ ਤੇਰੇ ਨੇ, ਤੂੰ ਮੱਚਦੇ ਛੱਲੇ ਵੀ ਵੇਖ। ਹਾਲੇ ਚਾਨਣੀ ਰਾਤਾਂ ਵਿੱਚ ਤੁਸੀਂ ਭਾਂਬੜ ਕਈ ਬਾਲੇ, ਅਸੀਂ ਫਿਕਰੇ ਸ਼ਿਕਾਇਤਾਂ ਵਿੱਚ ਰੱਖ ਦਿਲ 'ਚ ਸੰਭਾਲੇ। ਅੰਬਰ ਨੂੰ ਦੇਵੀ ਮੇਰਾ ਉਲਾਂਭਾ, ਤਾਰਿਆਂ ਨੇ ਕੀਤੇ ਹੱਲੇ ਵੀ ਵੇਖ। ਤੇਰੇ ਸਿਆਹੇ ਹੋਏ ਆਗੂ ਤੇ ਗੰਧਲੇ ਹੋਏ ਕਿਰਸਾਨਾਂ ਨੂੰ, ਕਿਸੇ ਅੰਨੇ ਖੁਦਾਵੰਦ ਤੇ ਕਈ ਅੰਧਲੇ ਹੋਏ ਸ਼ੈਤਾਨਾਂ ਨੂੰ, ਤੂੰ ਮੱਥਾ ਨਾ ਟੇਕ ਨਾ ਹੀ ਟੱਲ ਖੜਕਾ, ਕਿਵੇਂ ਭਰਦੇ ਨੇ ਗੱਲੇ ਵੀ ਵੇਖ। ਸੁਣ ਸਿਫਰ, ਤੂੰ ਹਿੰਦ ਦੇ ਨਿਜ਼ਾਮ ਦਾ ਕੱਚਾ ਸਿਪਾਹੀ ਹੈ, ਛੱਡ ਮੰਜ਼ਿਲ ਦੇ ਰੋਲੇ ਨੂੰ, ਤੂੰ ਇੱਕ ਅਧੂਰਾ ਜਿਹਾ ਰਾਹੀ ਹੈ। ਜ਼ਰਾ ਲਹਿਰਾਂ ਨੂੰ ਤੱਕ, ਮਿੰਨਾ ਮੁਸਕਰਾ, ਸਾਗਰ ਕਿਵੇਂ ਠੱਲੇ ਵੀ ਵੇਖ। ਕੱਚੀ ਜਿਹੀ ਕੰਧ ਉੱਤੇ ਲਾਈ ਹੋਈ ਢੋ ਨੂੰ, ਵੇ ਲੋਕੀ ਸੱਚ ਮੰਨਦੇ ਨੇ ਝੂਠੀ ਕਨਸੋ ਨੂੰ। ਇਹਨਾਂ ਨੇ ਜਾਚਣਾ ਵੇ ਸੱਚ ਦੇ ਗੁਬਾਰ ਤੱਕ, ਸੱਚ ਵਿੱਚੋਂ ਝੂਠ ਕਿਵੇਂ ਹੁੰਦੇ ਨੇ ਤਿਆਰ ਤੱਕ। ਭੀੜ ਪਈ ਬੇਦਲੀ 'ਚ ਭੀੜ ਬਣ ਭੱਜ ਗਏ, ਕਿਹੋ ਜਿਹੇ ਜਨੌਰ ਇਹ ਇਕੱਠੇ ਹੋਏ ਰੱਜ ਗਏ। ਕਿ ਨੇੜਲੀ ਮਜ਼ਾਰ ਉੱਤੇ ਰੱਤ ਡੁੱਲੇ ਦੂਰ ਦੀ, ਨੇੜਲੀ ਮਜ਼ਾਰ ਉੱਤੇ ਰੱਤ ਡੁੱਲੇ ਦੂਰ ਦੀ, ਇੱਥੇ ਕੀ ਫਿਕਰ ਕਿਸੇ ਗਾਂ ਜਾਂ ਕੋਈ ਸੂਰ ਦੀ। ਦੀਨ ਦੇ ਬਹਾਨੇ ਬਣੇ ਬੰਦੇ ਦਫਨਾਉਣ ਨੂੰ, ਹਾਲੇ ਸਾਰੇ ਵਿਹਲੇ ਨੇ ਵੇਲੀਆਂ ਸੁਣਾਉਣ ਨੂੰ। ਪਰਾਂ ਹੋ ਜਾ ਬਾਬਾ, ਇਹਨਾਂ ਝੱਲ ਵੀ ਖਿਲਾਰਨਾ, ਕੱਫਣ ਵੀ ਫਾੜਨੇ ਤੇ ਟੱਲ ਵੀ ਉਤਾਰਨਾ। ਇਹ ਤਾਂ ਗੱਲਾਂ ਸੱਚੀਆਂ ਨੇ, ਝੂਠ ਵੀ ਬਥੇਰੇ ਨੇ। ਸੱਪਾਂ ਤੇ ਨਿਓਲਾਂ ਵਾਂਗੂ ਇੱਲਾਂ ਦੇ ਵੀ ਡੇਰੇ ਨੇ, ਲਾਈ ਲੱਗ ਲੋਕਾਂ ਸਾਨੂੰ ਜਿਉਣ ਵੀ ਨਾ ਦਿੱਤਾ ਹੈ, ਜ਼ਖਮ ਜੋ ਰਿੱਸੇ ਫੱਟ ਸਿਉਣ ਵੀ ਨਾ ਦਿੱਤਾ ਹੈ। ਸੂਲਾਂ ਵਾਲੀ ਸੇਜ ਉੱਤੇ ਟਿਕ ਗਈ ਹੈ ਜ਼ਿੰਦਗੀ, ਸੱਚੀ ਮਿੱਟੀ ਦੇ ਭਾਅ ਉੱਤੇ ਵਿਕ ਗਈ ਹੈ ਜ਼ਿੰਦਗੀ। ਦੇਲੀਆਂ ਦੇ ਉੱਤੇ ਅੱਜ ਜਿੱਤ ਦੇ ਨਾ ਲੇਖ ਬਾਬਾ, ਨੱਚਦੇ ਨਸ਼ਈ ਕਿਹੜੀ ਖੁਸ਼ੀ 'ਚ ਆ ਵੇਖ ਬਾਬਾ। ਹੁਣ ਭੂਸਰੇ ਜੇ ਢੱਠਿਆਂ ਨੂੰ ਬੱਝੇ ਨਾ ਨਕੇਲ ਵੇ, ਇਹਨਾਂ ਨੇ ਲੁਕਾਈ ਨੂੰ ਵੀ ਮੰਨ ਲਿਆ ਖੇਲ ਵੇ। ਪਾਲੀ ਦੀ ਅਖੀਰਲੀ ਸਤਰਾਂ ਤੱਕ ਪਹੁੰਚਦੇ ਪਾਲੀ ਹੱਥ ਮਾਈਕ ਫੜਾ ਦਿੱਤਾ। ਸਿਫਰ ਵੀ ਮੰਨੇ ਇਹ ਸਾਰਾ ਦਹਿਕਦਾ ਜਹਾਨ ਹੈ, ਸ਼ਰਾਫਤ ਦੀ ਮੌਤ ਉੱਤੇ ਸਾਰਾ ਨੱਚਦਾ ਸ਼ਮਸ਼ਾਨ ਹੈ, ਸ਼ਰਾਫਤ ਦੀ ਮੌਤ ਉੱਤੇ ਸਾਰਾ ਨੱਚਦਾ ਸ਼ਮਸ਼ਾਨ ਹੈ। ਇੱਕ ਬਜ਼ੁਰਗ ਕਹਿਣ ਲੱਗਾ, ਤੂੰ ਕੌਣ ਹੈ ਭਾਈ? ਪਾਲੀ ਕਹਿੰਦਾ, ਮੈਂ ਸਿਫਰ ਨਵੀਸ ਹਾਂ, ਇੱਕ ਪੱਤਰਕਾਰ। ਇਹ ਉਸੇ ਬਦਬਖਤ ਦਾ ਪੁੱਤਰ ਹੈ ਜਿਹਦੇ ਪਾਏ ਰੇੜਕੇ ਨੂੰ ਹਰਾਉਣ ਦਾ ਅੱਜ ਅਸੀਂ ਜਸ਼ਨ ਮਨਾ ਰਹੇ ਹਾਂ। ਪਾਲੀ, ਮੈਂ ਪੰਚਾਇਤੀ ਗੁੰਡਾ ਰਾਜ ਦਾ ਧੁਰ ਵਿਰੋਧੀ ਹਾਂ। ਗੁੰਡਾ ਰਾਜ ਦੀ ਮੁੜ ਤੋਂ ਸਥਾਪਤੀ ਦਾ ਮੁਜ਼ਾਹਰਾ ਐਦੋਂ ਸੋਹਣਾ ਹੋਰ ਹੋਣਾ ਵੀ ਨਹੀਂ ਕਿਤੇ, ਜਿਵੇਂ ਤੁਸੀਂ ਸੜਕਾਂ ਜਾਮ ਕਰਵਾਈਆਂ ਹੋਈਆਂ। ਵਿਦਿਆਰਥੀ ਸੰਗਠਨ ਦਾ ਨੌਜਵਾਨ ਕਹਿੰਦਾ, ਮੇਰੀ ਗੱਲ ਸੁਣੋ ਸਰਦਾਰਾ, ਇੱਥੇ ਰੰਗ ਵਿੱਚ ਭੰਗ ਨਾ ਪਾ, ਮਗਰੋਂ ਇਹ ਨਾ ਕਹੀ ਕਿ ਭੀੜ ਤੰਤਰ ਨੇ ਬਚਣ ਦਾ ਮੌਕਾ ਨਹੀਂ ਦਿੱਤਾ। ਆਪਣੀ ਜੋ ਬਕਵਾਸ ਕਰਨੀ ਆ ਉਹ ਮੰਚ ਸਜਿਆ ਉਹਦੇ ਉੱਤੇ ਕਰ, ਅਸੀਂ ਸੁਣੀਏ ਜ਼ਰਾ। ਸਰਦਾਰ ਇੰਦਰਪਾਲ ਸਿੰਘ ਉੱਥੇ ਥੱਲੇ ਖੜ ਕੇ ਕਹਿਣ ਲੱਗਾ, ਮੰਚ ਕੋਈ 4 ਤਖਤਿਆਂ ਦੇ ਬਣੇ ਚਬੂਤਰੇ ਦਾ ਅਖਾੜਾ ਨਹੀਂ ਹੁੰਦਾ।
ਜਿਹਦੇ ਤੇ ਚੜ੍ਹ ਕੇ ਦੁਨੀਆ ਨੂੰ ਆਪਣੀ ਗੁਲਾਮ ਸਮਝਣ ਦੀ ਖੁਸ਼ਫਹਿਮੀ 'ਚ ਬੰਦਾ ਜਿਉਂਦਾ ਪਿਆ। ਹਰ ਬੰਦਾ ਜੰਮਦੇ ਸਾਰ ਆਪਣੇ ਪੈਰਾਂ ਤੇ ਖੜਨ ਦਾ ਜਜ਼ਬਾ ਆਪਣੇ ਸਾਹਾਂ ਦੇ ਨਾਲ ਨਾਲ ਲੈ ਕੇ ਤੁਰਦਾ ਹੈ। ਕੀ ਲੈਣਾ ਉਸ ਉੱਚੇ ਚਬੂਤਰੇ ਤੋਂ? ਨਾਲੇ ਸੁਣਨਾ ਕੀ ਹੈ ਤੁਸੀਂ, ਜਿਹੜਾ ਮੈਂ ਕਹਿਣਾ ਹੀ ਨਹੀਂ ਚਾਹੁੰਦਾ? ਮੰਚ ਸਾਡੇ ਵਾਸਤੇ ਕੀ ਮਾਇਨੇ ਰੱਖਦਾ ਹੈ, ਇਹਦੀ ਹੋਂਦ ਨੂੰ ਜਾਣਿਆ ਕਦੀ? ਜੇ ਨਹੀਂ ਤਾਂ ਸੁਣੋ, ਮੰਚ ਦੇ ਆਪਣੇ ਇਖਤਿਆਰ ਹੁੰਦੇ ਨੇ, ਇਸ ਦੇ ਆਪਣੇ ਮੌਲਿਕ ਨਿਯਮ ਨੇ। ਤੁਹਾਡੇ ਕੋਲ ਮੰਚ ਸਥਾਪਿਤ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਹੋਣੀ ਬਹੁਤ ਲੋੜੀਂਦੀ ਹੈ ਕਿ ਆਖਰ ਤੁਸੀਂ ਮੰਚ ਥਾਪਿਆ ਕਾਹਦੇ ਵਾਸਤੇ ਹੈ। ਕਿ ਉਹ ਉੱਚੇ ਚਬੂਤਰੇ ਤੇ ਚੜ੍ਹੇ ਨਮੂਨੇ ਕਿਸੇ ਰਾਜ ਸੱਤਾ ਦੇ ਵਿਰੁੱਧ ਖੜਨ ਵਾਲੇ ਤੁਹਾਡੇ ਰਹਿਬਰ ਨੇ ਜਾਂ ਰਹਿਨੁਮਾ? ਕਿ ਉਹਨਾਂ ਨੂੰ ਤੁਸੀਂ ਅਗਵਾਈ ਸੌਂਪੀ ਹੈ ਜਾਂ ਰਹਿਨੁਮਾਈ? ਭੀੜ ਵਿੱਚੋਂ ਉੱਠਦੀ ਆਵਾਜ਼ ਜੇਕਰ ਸਿਫਰ ਨਵੀਸ ਦੀ ਮਨਜ਼ੂਰ ਨਹੀਂ, ਫਿਰ ਭੀੜ ਦੇ ਬੋਲ ਉਹ ਉੱਚੇ ਢਾਰੇ ਵਾਲੇ ਸਾਧ ਕਿੱਥੋਂ ਮੰਨਣਗੇ? ਨਾਰੇ ਵੱਧ ਚੜ੍ਹ ਕੇ ਮਾਰਨੋਂ ਪਹਿਲੋਂ ਕਿਸੇ ਨੇ ਵੀ ਇੰਨਾ ਜਾਚਿਆ ਕਿ ਜਿਹੜੇ ਪੰਜਾਬ ਦਾ ਵਾਸਤਾ ਪਾਈ ਜਾਂਦੇ ਹੋ, ਉਹਦੇ ਬਸ਼ਿੰਦੇ ਤੁਹਾਡੀ ਖੁਦਗਰਜ਼ੀ ਕਰਕੇ ਕਿੰਨੇ ਖੱਜਲ ਹੀ ਨੇ। ਹੁਣ ਇੱਥੇ ਚੱਕਾ ਜਾਮ ਕਰਕੇ ਕਿਹੜੀ ਖੁਸ਼ੀ ਮਨਾਈ ਜਾ ਰਹੀ ਹੈ? ਧਰਤੀ ਹੇਠਾਂ ਉੱਗਦੇ ਨੇ ਬੀਜ, ਸਾਡਿਆਂ ਹੱਡਾਂ ਦੀ ਮਿਹਨਤ ਸਿੰਜ ਸਿੰਜ ਉੱਗੀਆਂ ਫਸਲਾਂ। ਇਹ ਚਬੂਤਰਿਆਂ ਵਾਲੇ ਸਾਰਾ ਕੁਝ ਲੁੱਟ ਗਏ। ਚੇਤੇ ਰੱਖਿਓ, ਬਖਸ਼ਿਆ ਤੁਹਾਡੇ ਪੱਲੇ ਵੀ ਕੱਖ ਨਹੀਂ ਜਾਣਾ ਗੁੰਡਾ ਰਾਜ ਵਿੱਚ। ਹਾਲੇ ਤਾਂ ਬੇਈਮਾਨ ਇੰਨਾ ਵੀ ਸੱਚ ਬੋਲ ਕੇ ਨਹੀਂ ਰਾਜੀ ਕਿ ਪੰਚਾਇਤੀ ਬਿੱਲ ਵਾਪਸ ਪਰਤਾਇਆ ਦੂਜੇ ਸੂਬਿਆਂ ਨੇ। ਆਪਣੇ ਵਾਲੇ ਚੌਧਰਾਣੀ ਦੇ ਦਸਤਖਤ ਦਿਖਾਉਣ ਭਲਾ ਕਿਹੜੀ ਧਿਰ ਵੱਲ ਕੀਤੇ ਹੋਏ ਉਹਨੇ? ਰਾਜੇ ਜੇਕਰ ਝੂਠੇ ਹੋਏ ਨੇ, ਅਹਿਲਕਾਰ ਲਹੂ ਪੀਣਿਆਂ ਵਿੱਚ ਖੜੋ ਗਏ, ਤਾਂ ਤੁਸੀਂ ਪਿੱਛੇ ਤੁਰੀ ਭੀੜ ਕਿਹੜਾ ਭੋਜਨ ਬਣੀਆਂ ਹੋਈਆਂ ਜ਼ਰਾ ਦੱਸਿਓ। 70% ਦੀ ਆਬਾਦੀ ਆਰਕਸ਼ਣ ਕਾਹਦੇ ਲਈ ਮੰਗਣ ਨੂੰ ਮਜਬੂਰ ਹੈ? ਲਹੂ ਪੀਣੇ ਖੁਦ ਨੂੰ ਅੰਨਦਾਤੇ ਕਿੱਥੋਂ ਅਖਵਾਉਂਦੇ ਪਏ ਨੇ? ਠੇਕੇ ਤੇ ਵਾਹੀ ਕਰਨ ਵਾਲਾ ਤਾਂ ਰਿੜਕਦਾ ਫਿਰਦਾ ਕਰਜ਼ੇ ਦੀ ਮਾਰ ਹੇਠ। ਉਹਦੇ ਹੱਥ ਦੁਨਾਲੀਆਂ ਤੇ ਥਾਰਾਂ ਕਿੱਥੋਂ ਆ ਗਈਆਂ? ਸੀਰੀਆਂ ਨੂੰ ਵੈਸੇ ਵੀ ਜੱਟ ਬੰਦੇ ਦੀ ਜਾਤ 'ਚ ਨਹੀਂ ਗਿਣਦੇ। ਕਿਹਨਾਂ ਦੇ ਦਮ ਤੇ ਗੁੰਡਾ ਰਾਜ ਚੱਲ ਰਿਹਾ ਹੈ ਤੇ ਕਿਹਦੇ ਉੱਤੇ? ਸੋਚਿਆ ਕਦੇ ਕਿ ਅੱਗੇ ਹੱਡਾਂ 'ਚ ਰਚਿਆ ਜਾਤੀਵਾਦ, ਊਚ ਨੀਚ, ਬੇਗਾਨੇਪਣ ਦਾ ਕੋਹੜ ਘੱਟ ਸੀ, ਜਿਹੜਾ ਪੇਂਡੂ ਸ਼ਹਿਰੀ ਅਫੀਮ ਲਾਹਣ ਤੇ ਸਮੈਕਾਂ ਤੱਕ ਅੱਪੜ ਗਏ? ਕਿਹਨਾਂ ਦੇ ਕਾਕੇ ਅੱਜ ਇਸ ਵੇਲੇ ਕਾਲਜਾਂ ਦੇ ਇਲੈਕਸ਼ਨ ਵਿੱਚ 9 mm ਦੇ ਰੌਂਦ ਲੈ ਕੇ ਘੁੰਮਦੇ ਪਏ ਨੇ? ਕੀ ਮੰਚ ਇਹਨਾਂ ਗੱਲਾਂ ਦੇ ਜਵਾਬ ਦੇ ਨਹੀਂ ਹੁੰਦੇ? ਪੜ੍ਹਾਈ ਦੇ ਕੇਂਦਰਾਂ ਵਿੱਚ ਜ਼ਹਿਰ ਫੈਲੀ ਤੇ ਨਸ਼ੇ ਤੇ ਹਥਿਆਰਾਂ ਦੀਆਂ, ਉਦੋਂ ਇਹ ਹਜੂਮ ਕਿੱਥੇ ਹੁੰਦੇ ਨੇ? 5 ਸਾਲ ਪਹਿਲਾਂ ਵਿਦਿਆਰਥੀ ਸੰਗਠਨ ਦੇ ਉਮੀਦਵਾਰ ਸਿਰਫ ਇਸ ਲਈ ਮਾਰ ਦਿੱਤੇ ਗਏ ਕਿਉਂਕਿ ਉਹਨਾਂ ਨੇ ਆਪਣੇ ਘੋਸ਼ਣਾ ਪੱਤਰ ਵਿੱਚ ਵਿਦਿਅਕ ਅਦਾਰਿਆਂ ਤੋਂ ਸਿਆਸੀ ਪਾਰਟੀਆਂ ਦੀ ਸ਼ਮੂਲੀਅਤ ਨੂੰ ਮਨਫੀ ਕਰਨ ਦਾ ਵਾਅਦਾ ਕੀਤਾ ਸੀ। ਸਿਰਫ ਵਾਅਦੇ ਉੱਤੇ ਹੀ ਇੰਨਾ ਖੌਫ ਕਿ ਸਿਆਸਤ ਮੌਤ ਵੰਡਣ ਬਹਿ ਗਈ। ਹਾਲੇ ਤੁਸੀਂ ਕਹਿੰਦੇ ਹੋ ਮੰਚ ਉੱਤੇ ਚੜ੍ਹ ਕੇ ਬੋਲ। ਕੀ ਤੁਹਾਨੂੰ ਇੰਨੀ ਖਬਰ ਹੈ ਕਿ ਮੈਂ ਬੋਲਣਾ ਕੀ ਹੈ? ਤੁਹਾਡੇ ਬੁਲਾਰੇ ਕੀ ਬੋਲ ਰਹੇ ਨੇ, ਜ਼ਰਾ ਇਸ ਦੀ ਖਬਰ ਹੈ ਕਿਸੇ ਨੂੰ? ਇਹ ਕੇਸ ਤੁਸੀਂ ਹਾਰੇ ਹੋ ਪੰਜਾਬੀਓ, ਜਿੱਤੇ ਨਹੀਂ ਹੋ। ਲੂਣ ਹਰਾਮੀ ਵਕੀਲਾਂ ਤੇ ਪੱਤਰਕਾਰ ਕਾਹਦੀਆਂ ਮਕਾਰੀਆਂ ਵਿੱਚ ਤੁਹਾਨੂੰ ਵੇਚਣ ਲੱਗੇ ਨੇ, ਇਸ ਦਾ ਜਵਾਬ ਦੇ ਕੌਣ ਹੋਏਗਾ? ਇਹ ਵੀ ਜ਼ਰਾ ਮੰਚ ਦੇ ਦਾਅਵੇਦਾਰਾਂ ਤੋਂ ਪੁੱਛ ਲੈਣਾ। ਮੰਚ ਸਾਂਭਣ ਵਾਲੇ ਦਾ ਫਰਜ਼ ਹੈ, ਜੋ ਹੈਗਾ ਉਹ ਤਾਂ ਠੀਕ ਹੈ, ਪਰ ਜੇ ਤੁਸੀਂ ਅਸੀਂ ਸਾਨੂੰ ਉਸ ਮੰਚ ਦੀ ਥਾਂ ਸੰਭਾਲਣ ਵਾਸਤੇ ਕਹਿੰਦੇ ਹੋ ਤਾਂ ਸਾਨੂੰ ਇਹ ਵੇਖਣਾ ਪਏਗਾ ਕਿ ਉਹ ਸਾਡੀ ਥਾਂ ਵੀ ਹੈ ਜਾਂ ਨਹੀਂ। ਬਜ਼ੁਰਗ ਕਹਿਣ ਲੱਗੇ, ਇਹਦਾ ਮਤਲਬ ਐਵੇਂ ਹੀ ਸਾਡੇ ਸਿਰ ਚੜ੍ਹ ਕੇ ਬੋਲੀ ਜਾਂਦਾ ਤੂੰ? ਭੀੜ ਵਿੱਚੋਂ ਆਵਾਜ਼ ਆਈ, ਉਹ ਬਾਬਿਓ ਕਿਹਨੂੰ ਬੋਲਣ ਲਾਇਆ ਹੈ? ਸਾਡਾ ਸਮਾਂ ਖਰਾਬ ਨਾ ਕਰੋ। ਇਹੋ ਜਿਹੇ ਪੰਜਾਬ ਵਿਰੋਧੀ ਨਸਲਾਂ ਪੰਜਾਬ ਨੂੰ ਖਾ ਗਈਆਂ ਨੇ। 4 ਛਿੱਤਰ ਮਾਰ ਕੇ ਭਜਾ ਦਿਓ ਇਹਨੂੰ, ਨਹੀਂ ਤਾਂ ਸਾਨੂੰ ਹੁਕਮ ਕਰੋ। ਕੁਝ ਨੌਜਵਾਨਾਂ ਦੀ ਤਲਖ ਆਵਾਜ਼ ਆਈ। ਪਾਲੀ ਨੇ ਮਾਈਕ ਵਾਪਸ ਮੋੜਦਿਆਂ ਕਿਹਾ, ਮੈਂ ਕਿਹਾ ਸੀ ਨਾ, ਤੁਹਾਡੀ ਹੋਂਦ ਇਸੇ ਸੜਕਾਂ ਵਿੱਚ ਰੁਲਣੀ ਹੈ ਤੇ ਭਵਿੱਖ ਰੱਬ ਰਾਖਾ। ਪਾਲੀ ਵਾਪਸ ਪਰਤਦਾ ਹੈ ਆਪਣੀ ਬੱਸ ਵੱਲ ਕਿ ਖੱਬੇ ਮੋਢੇ ਵੱਲ ਪਿੱਠ ਵਿੱਚ ਤਿੱਖੀ ਕਟਾਰ ਖੁੱਭੀ ਉਹਦੇ। ਪਾਲੀ ਦਾ ਸਾਹ ਖਿੱਚਿਆ ਗਿਆ। ਆਪਣੀ ਖੁੰਡੀ ਉੱਤੇ ਭਾਰ ਵਧਣ ਕਰਕੇ ਸਵਾਰੀਆਂ ਨੂੰ ਕੁਝ ਸਮਝ ਨਹੀਂ ਆਇਆ, ਹਾਲੇ ਕਿ ਭੀੜ ਵਿੱਚੋਂ ਇੱਕ ਬਜ਼ੁਰਗ ਤੇ ਇੱਕ ਉਹਦੀ ਉਮਰ ਦਾ ਬੰਦਾ ਉਹਦੇ ਵੱਲ ਨੂੰ ਵੱਧ ਰਹੇ ਸੀ। ਉੱਠ ਬਈ ਨਾਡੂਆ, ਬੋਲ ਕਿਵੇਂ ਦਾ ਲੱਗਿਆ ਸਾਡਾ ਤੋਹਫਾ? ਖੰਜਰ ਖੁੱਭਿਆ ਸੀ ਉਹਦੀ ਪਿੱਠ 'ਚ। ਅੱਖਾਂ ਅੱਗੇ ਹਨੇਰਾ ਛਾਉਣ ਤੋਂ ਪਹਿਲਾਂ ਬੱਬੂ ਦਾ ਚਿਹਰਾ ਵੇਖਦੇ ਸਾਰ ਪਾਲੀ ਦੀ ਸੁਰਤ ਵਾਪਸ ਚੇਤੰਨ ਹੋਣ ਲੱਗੀ। ਆਪਣੇ ਹੱਥ ਦਾ ਆਖਰੀ ਆਸਰਾ 6 ਫੁੱਟੀ ਡਾਂਗ, ਜਿਹੜੀ ਫੌੜੀ ਵਾਂਗ ਆਸਰਾ ਦਿੰਦੀ ਸੀ, ਧਰਤੀ ਵਾਲੇ ਸਿਰੇ ਤੇ ਨੁਕੀਲੀ ਪੱਤਰੀ ਲਗਾ ਕੇ ਰੱਖਦਾ ਸੀ। ਪਾਲੀ ਪੂਰਾ ਸਾਹ ਸੂਤ ਕੇ
15 ਕੁ ਫੁੱਟ ਦੂਰੀ ਤੇ ਰਹਿ ਗਏ ਦਮਨਜੀਤ ਸਿੰਘ ਉੱਤੇ ਬਰਛੇ ਵਾਂਗ ਇੰਨੀ ਫੁਰਤੀ ਨਾਲ ਚਲਾਈ ਕਿ ਦਮਨਜੀਤ ਦੀ ਹਿੱਕ ਵਿੰਨ ਦੀ ਲੰਘ ਗਈ। ਬਜ਼ੁਰਗ ਨਿੰਮਾ ਵੈਦ ਸੀ ਜਿਹਨੇ ਛੁਰਾ ਮਾਰਿਆ ਸੀ। ਨਿੰਮੇ ਵੈਦ ਨੇ ਗੁੱਸੇ ਵਿੱਚ ਪਾਲੀ ਉੱਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਪੂਰੇ ਚੌਂਕ 'ਚ ਭਗਦੜ ਮੱਚ ਗਈ। ਪ੍ਰਸ਼ਾਸਨ ਘਟਨਾ ਵਾਲੀ ਥਾਂ ਉੱਤੇ ਆਇਆ। ਚਿਹਰੇ ਉੱਤੇ ਗੋਲੀਆਂ ਦਾਗੀਆਂ ਹੋਣ ਕਰਕੇ ਫੌਰੀ ਤੌਰ ਤੇ ਚਿਹਰਾ ਸ਼ਨਾਖਤ ਵਿੱਚ ਨਾ ਆਇਆ। ਨਿੰਮੇ ਨੂੰ ਮੁਸ਼ਕਾਂ ਬੰਨ੍ਹ ਕੇ ਗ੍ਰਿਫਤਾਰ ਕੀਤਾ ਗਿਆ। ਦਮਨਜੀਤ ਉਸ ਬਰਛੇ ਦੀ ਮਾਰ ਨੂੰ ਸਹਿ ਨਾ ਸਕਿਆ ਕਿਉਂਕਿ ਸੇਧ ਦਿਲ ਦੇ ਆਰ-ਪਾਰ ਲੰਘ ਗਈ ਸੀ। ਐਂਬੂਲੈਂਸ ਆਉਣ ਤੱਕ ਉਹ ਵੀ ਦਮ ਤੋੜ ਗਿਆ। ਪਰ ਤਕਰੀਰ ਹਜੇ ਖਤਮ ਨਹੀਂ ਸੀ ਹੋਈ ਕਿਉਂਕਿ ਮਾਰੂਥਲਾਂ ਦਾ ਹਸ਼ਰ ਕਦੇ ਬਰਸਾਤਾਂ ਨਹੀਂ ਰੋਕਦੀਆਂ। ਕਾਫੀਏ ਮਿਲਾਉਣ ਨੂੰ ਜ਼ਿੰਦਗੀ ਤਰਤੀਬ ਮੰਗੇ, ਕਿੰਨਾ ਔਖਾ ਮਸਲਾ ਜੇ ਉਸਤਾਦ ਤਰਕੀਬ ਮੰਗੇ। ਕਾਫੀਏ ਮਿਲਾਉਣ ਨੂੰ ਜ਼ਿੰਦਗੀ ਤਰਤੀਬ ਮੰਗੇ, ਕਿੰਨਾ ਔਖਾ ਮਸਲਾ ਜੇ ਉਸਤਾਦ ਤਰਕੀਬ ਮੰਗੇ। ਜਿਨ੍ਹਾਂ ਇਸ਼ਕ ਬੰਨੇ ਉਹ ਮਹਿਬੂਬ ਹੀ ਨਹੀਂ, ਹੁਣ ਮਹਿਰਮ ਦਿਲ ਤੋਂ ਕਿਸ ਨੂੰ ਕਰੀਬ ਮੰਗੇ। ਕੋਈ ਜਾਨ ਮੰਗੇ ਤੇ ਹੋਏ ਕੁਰਬਾਨ ਸੁਣਿਆ, ਗਾਫਲ ਜਿੰਦ ਦੀ ਜਗ੍ਹਾ ਕਿਉਂ ਸਲੀਬ ਮੰਗੇ। ਕਿਸੇ ਨੂਰ ਛਿੜਕੇ ਹਨੇਰੀ ਰਾਹਦਾਰੀ ਵਿੱਚ, ਕੋਈ ਗਹਿਰ ਗੰਭੀਰ ਹੋਇਆ ਨਸੀਬ ਮੰਗੇ। ਕੋਈ ਚਾਨਣ ਦੇ ਵਿੱਚ ਠੇਡੇ ਖਾਂਦਾ ਮਰਿਆ, ਕੋਈ ਦਿਨ ਦਿਹਾੜੇ ਵਿਖੜ ਸਲੀਬ ਮੰਗੇ। ਕੋਈ ਸਾਥ ਦੇਵੇ ਗਹਿਰੀ ਆਸ਼ਕੀ ਅੰਦਰ, ਕਿਸੇ ਸੱਜਰੇ ਹਿਸਾਬ ਦਾ ਸ਼ਾਹ ਅਦੀਬ ਮੰਗੇ। ਕੋਈ ਸਿਫਰ ਨਵੀਸ ਵਾਂਗ ਹੋ ਜਾਏ ਫਿਦਾ, ਲੋਕੀ ਲੱਖ ਮੰਗਣ ਉਹ ਤਹਿਜ਼ੀਬ ਮੰਗੇ। ਆਖਰ ਹੋਣੀ ਜ਼ੁਲਮ ਦੇ ਨਾਲ ਜ਼ਾਲਮ ਨੂੰ ਵੀ ਨਾਲ ਲੈ ਗਈ। ਜ਼ਰੂਰੀ ਨਹੀਂ ਹੁੰਦਾ ਕਿ ਜਿਸਨੇ ਸਾਰੀ ਜ਼ਿੰਦਗੀ ਬਰਦਾਸ਼ਤ ਹੀ ਕੀਤਾ ਹੋਵੇ ਉਹ ਬੁਜ਼ਦਿਲ ਹੁੰਦਾ ਹੋਵੇ। ਸਬਰ ਦੇ ਭਾਂਡੇ ਤਹਿਜ਼ੀਬ ਮੰਗਦੇ ਨੇ। ਪਾਲੀ ਐਵੇਂ ਹੀ ਨਹੀਂ ਦਿੱਲੀ ਤੋਂ ਪੰਜਾਬ ਪਰਤ ਰਿਹਾ। ਜੇਲਰ ਕੁਲਵੀਰ ਸਿੰਘ ਦਾ ਵਿਆਹ ਪਰਮਜੀਤ ਕੌਰ ਨਾਲ ਕਰਵਾ ਕੇ ਮੁੜ ਰਿਹਾ ਸੀ। ਸਫ਼ਰ ਦਾ ਨਿਸ਼ਾਨਾ ਭਾਵੇਂ ਰਾਣੀ ਗੁਲਨਾਜ਼ ਕੌਰ ਨੂੰ ਮਿਲਣਾ ਹੀ ਸੀ, ਪਰ ਦਮਨਜੀਤ ਸਿੰਘ ਨੇ ਉਹਦੇ ਰਾਹ ਹੋਰ ਸੌਖੇ ਕਰ ਦਿੱਤੇ। ਹੁਣ ਗੁਲਨਾਜ਼ ਨੂੰ ਮਿਲਣਾ ਵੀ ਨਾ ਹੋ ਸਕਿਆ ਤੇ ਦਮਨਜੀਤ ਦੀ ਮੌਤ ਤੇ ਪਾਲੀ ਦੇ ਪਛਤਾਵੇ ਕਰਕੇ ਗੁਲਨਾਜ਼ ਪਾਗਲ ਹੋ ਗਈ। ਡਾਕਟਰੀ ਇਲਾਜ ਵਾਸਤੇ ਉਹਨੂੰ ਹਸਪਤਾਲ ਭੇਜਿਆ ਗਿਆ, ਜਿਸ ਤੋਂ ਅੱਗੇ ਕੁਲਵੀਰ ਸਿੰਘ ਤੇ ਪਰਮਜੀਤ ਕੌਰ ਦੇ ਮਿਲਣ ਮਗਰੋਂ ਗੁਲਨਾਜ਼ ਦੀ ਤਬੀਅਤ ਬਿਲਕੁਲ ਬੇਕਾਬੂ ਹੋ ਗਈ। ਚਰਨਪ੍ਰੀਤ ਤੇ ਪ੍ਰਦੀਪ ਕੌਰ ਨਾਲ ਪਰਮਜੀਤ ਲਗਾਤਾਰ ਸੰਪਰਕ ਵਿੱਚ ਸੀ, ਪਰ ਮਨਜਿੰਦਰ ਕੁਲਜਿੰਦਰ ਦੋਵੇਂ ਆਪਣੇ ਧੜੇ ਜਿਤਵਾਉਣ ਲਈ ਕਾਲਜ ਇਲੈਕਸ਼ਨਾਂ ਵਿੱਚ ਖੜ ਚੁੱਕੇ ਸੀ। ਮਨਜਿੰਦਰ ਆਪਣੇ ਆਪ ਨਾਲ ਇਨਸਾਫ ਕਰ ਪਾਉਂਦੀ ਜਾਂ ਨਹੀਂ, ਇਹ ਵੇਖਣ ਦਾ ਸਬੱਬ ਸੀ। ਤਰਨਜੀਤ ਤੇ ਸਰਬਜੀਤ ਕੌਰ ਦਾ ਸਾਥ ਰੱਖਦਾ ਸੀ, ਜਿਹਦੇ ਕਰਕੇ ਉਸਦਾ ਪਲੜਾ ਭਾਰੀ ਸੀ। ਇਸ ਵਾਰ ਚੋਣਾਂ ਦਾ ਮੁੱਦਾ ਵੀ ਸਿਰਫ ਕਾਲਜ ਦੀ ਗੁੰਡਾਗਰਦੀ ਖਤਮ ਕਰਨ ਸੰਬੰਧੀ ਸੀ, ਪਰ ਪਰਮਜੀਤ ਇਸ ਤੋਂ ਦੂਰ ਕਿਉਂ ਸੀ? ਅਮਨਪ੍ਰੀਤ ਸਰਦਾਰ ਹਰਚਰਨ ਸਿੰਘ ਨੂੰ ਸੁਨੇਹਾ ਭੇਜਦਾ ਹੈ, ਜਿਸ ਦੇ ਜਵਾਬ ਵਿੱਚ ਉਹਨਾਂ ਸਿਰਫ ਇੰਨਾ ਜਵਾਬ ਭੇਜਿਆ ਕਿ ਤੇਰੀ ਮੰਗ ਪਹਿਲੋਂ ਹੀ ਪੂਰੀ ਹੋ ਚੁੱਕੀ ਹੈ, ਪ੍ਰਸ਼ਾਸਨ ਤੋਂ ਇਜਾਜ਼ਤ ਲੈ ਲਵੀਂ ਬਸ। ਪੰਜਾਬ ਦੀ ਜੇਲ੍ਹਾਂ ਵਿੱਚ ਇੱਕ ਸਮਾਗਮ ਉਲੀਕਿਆ ਗਿਆ। ਬਸੰਤ ਰੁੱਤ ਦੇ ਮੱਦੇਨਜ਼ਰ ਕੈਦੀਆਂ ਦੀ ਛੁੱਟੀ ਬਿਲਕੁਲ ਰੱਦ ਕਰ ਦਿੱਤੀ ਗਈ। ਕੁਲਵੀਰ ਸਿੰਘ, ਐਡਵੋਕੇਟ ਪਰਮਜੀਤ ਕੌਰ, ਮਨਿੰਦਰ ਕੌਰ ਅਮਨਪ੍ਰੀਤ ਸਿੰਘ ਦੇ ਨਾਲ ਕਿਸ ਮਿਹਨਤ ਵਿੱਚ ਰੁੱਝੇ ਸਨ, ਇਸ ਦੀ ਖਬਰ ਵਾਰ-ਵਾਰ ਸਰਬਜੀਤ ਪੁੱਛੀ ਜਾ ਰਹੀ ਸੀ, ਪਰ ਅਮਨਪ੍ਰੀਤ ਦਾ ਹਿਰਖ ਕੇ ਇੱਕੋ ਜਵਾਬ ਸੀ, ਭੈਣੇ ਤੁਹਾਡੀ ਜੋ ਮਨਸ਼ਾ ਹੈ ਤੁਸੀਂ ਉਵੇਂ ਕਰੋ, ਅਸੀਂ ਆਪਣੇ ਰਾਹ ਤੁਰ ਪਏ ਹਾਂ, ਹੁਣ ਸਲਾਹਾਂ ਮਸ਼ਵਰੇ ਨਹੀਂ, ਕੰਮਾਂ ਨੂੰ ਬੋਲਣ ਦਿਓ। ਪੁਲਿਸ ਹੈੱਡਕੁਆਰਟਰ ਤੋਂ ਮਿਲੀਆਂ ਹਦਾਇਤਾਂ ਮੁਤਾਬਕ ਕਪੂਰਥਲਾ, ਚੰਡੀਗੜ੍ਹ, ਨਾਭਾ ਤੇ ਫਿਰੋਜ਼ਪੁਰ ਜੇਲ੍ਹਾਂ ਵਿੱਚ ਖਾਸ ਮਹਿਮਾਨਾਂ ਦੇ ਆਉਣ ਦਾ ਸਮਾਗਮ ਰੱਖਿਆ ਗਿਆ, ਜਿੱਥੇ ਚੋਰੀ ਡਕੈਤੀ ਤੋਂ ਲੈ ਕੇ ਇਰਾਦਤਨ ਕਤਲ ਦੇ ਮੁਜਰਮ ਸਜ਼ਾ ਯਾਫਤਾ ਸਨ। ਉਹਨਾਂ ਨੂੰ ਇੱਕ ਦਿਨ ਲਈ ਜੇਲ੍ਹ ਦੀ ਵਰਦੀ ਤੋਂ ਬਗੈਰ ਸਧਾਰਨ ਪੁਸ਼ਾਕ ਪਾਉਣ ਦੀ ਇਜਾਜ਼ਤ ਦਿੱਤੀ ਗਈ। ਉਧਰ ਕੁਲਜਿੰਦਰ ਤੇ ਉਸਦੇ ਸਾਥੀਆਂ ਦੀ ਮਨਜਿੰਦਰ ਤੇ ਤਰਨਜੀਤ ਨਾਲ ਇੱਕ ਵਾਰ ਝੜਪ ਹੁੰਦੀ ਟਲ ਰਹੀ ਸੀ। ਸਰਬਜੀਤ ਕੌਰ ਅੱਜ ਥੱਕ ਕੇ ਬਹਿ ਗਈ। ਪਰ ਤਰਨਜੀਤ ਤੇ ਸਰਬਜੀਤ ਦੇ ਵੱਸ ਕੁਝ ਨਹੀਂ। ਜੇਲ੍ਹ ਦੇ ਵੱਡੇ ਮੈਦਾਨਾਂ ਵਿੱਚ ਕੈਦੀਆਂ ਨੂੰ ਅੱਜ ਬਿਠਾਇਆ ਗਿਆ ਸੀ। ਕਈਆਂ ਦੇ ਪਰਿਵਾਰਕ ਜੀਅ ਵੀ ਆਏ ਹੋਏ ਸਨ। ਜੇਲ੍ਹ ਪ੍ਰਸ਼ਾਸਨ ਮੁਸਤੈਦ ਸਨ।
ਹਰ ਕਿਸਮ ਦੇ ਹਾਲਾਤ ਨਜਿੱਠਣ ਵਾਸਤੇ ਸਮਾਂ ਆ ਗਿਆ ਸੀ ਜਦੋਂ ਮੁੱਖ ਮਹਿਮਾਨ ਮੰਚ ਉੱਤੇ ਹਾਜ਼ਰ ਸਨ। ਚੰਡੀਗੜ੍ਹ ਜੇਲ੍ਹ ਵਿੱਚ ਲਾਹੌਰ ਤੋਂ ਮਨੁੱਖੀ ਅਧਿਕਾਰਾਂ ਦੀ ਕੌਮੀ ਸ਼ਖਸੀਅਤ ਡਾਕਟਰ ਨੂਰ ਜੁਨੈਨਾ, ਕਪੂਰਥਲਾ ਜੇਲ੍ਹ ਵਿੱਚ ਪ੍ਰੋਫੈਸਰ ਚਰਨਪ੍ਰੀਤ ਸਿੰਘ, ਨਾਭਾ ਜੇਲ੍ਹ ਵਿੱਚ ਪਰਮਜੀਤ ਕੌਰ, ਫਿਰੋਜ਼ਪੁਰ ਜੇਲ੍ਹ ਵਿੱਚ ਐਡਵੋਕੇਟ ਅਮਨਪ੍ਰੀਤ ਸਿੰਘ ਹਾਜ਼ਰ ਸਨ। ਨੂਰ ਤੋਂ ਤਕਰੀਰ ਸ਼ੁਰੂ ਹੋਏਗੀ। ਸਾਰੇ ਇਕਸਾਰ ਬੋਲਣਗੇ। ਸੁਣਨ ਵਾਲਿਓ ਗੌਰ ਨਾਲ ਸੁਣੋ। ਨੂਰ ਚੰਡੀਗੜ੍ਹ ਵਿੱਚ ਕਹਿੰਦੀ, ਪਿਆਰੇ ਪੰਜਾਬੀਓ, ਇਸ ਇਨਸਾਨੀ ਜਾਮੇ ਦੀ ਨਾਯਾਬ ਜ਼ਿੰਦਗੀ ਵਿੱਚ ਇੱਕ ਪੰਜਾਬਣ ਹੋਣ ਦੇ ਨਾਤੇ ਮੈਂ ਤੁਹਾਡੇ ਦਰਮਿਆਨ ਹਾਜ਼ਰ ਹੋਈ ਹਾਂ। ਭਾਸ਼ਾਈ ਸਾਂਝ ਹੈ ਤੇ ਸਰਹੱਦਾਂ ਦੀ ਦੂਰੀਆਂ ਵੀ ਨੇ। ਵੈਸੇ ਤਾਂ ਵਕਤ ਦੇ ਨਾਲ ਨਾਲ ਪੰਜਾਬ ਖੇਤਰਫਲ ਪੱਖੋਂ ਬਹੁਤ ਛੋਟਾ ਰਹਿ ਗਿਆ, ਪਰ ਸਾਡੇ ਰਹਿਣ ਸਹਿਣ, ਸਾਡੀ ਬੋਲੀ ਤੇ ਸਾਡੇ ਗੁਨਾਹ ਵੀ ਕੁਮਾਂਤਰੀ ਹੋਏ ਪਏ ਨੇ। ਸ਼ਾਇਦ ਸਾਡੇ ਰਗਾਂ 'ਚ ਅਦਬ ਅਦਾਬ ਦੇ ਲੇਖੇ ਕਹਿਣ ਮਾਤਰ ਦੇ ਜਾਂ ਮਹਿਫਲਾਂ ਸੰਗੀਤ ਤੇ ਅਦਬ ਸਾਹਿਤ ਖੇਤਰ ਵਿੱਚ 47 ਦੀ ਵੰਡ ਦੇ ਕੀਰਨੇ ਪਾਉਣ ਦੀ ਤਾਲੀਮ ਹੀ ਲਗਾਤਾਰ ਵੰਡੀ ਵਰਤਾਈ ਜਾ ਰਹੀ ਹੈ। ਇਸ ਲਈ ਸ਼ਾਇਦ ਮੈਂ ਤੁਹਾਨੂੰ ਕੋਈ ਪਾਕਿਸਤਾਨੀ ਏਜੰਟ, ਬਾਗੀ ਔਰਤ ਜਾਂ ਸ਼ਾਇਦ ਕੋਈ ਹੋਰ ਕਿਸਮ ਦੇ ਲਕਬ ਤੁਹਾਡੇ ਜ਼ਿਹਨ 'ਚ ਆਉਂਦੇ ਹੋਣਗੇ। ਮੈਂ ਤਮਾਮ ਗੱਲਾਂ ਤੋਂ ਹਟ ਕੇ ਕੁਝ ਹੋਰ ਕਹਿਣ ਆਈ ਹਾਂ। ਨਾਭਾ ਜੇਲ੍ਹ ਵਿੱਚ ਪਰਮਜੀਤ ਕੌਰ ਅੱਗੇ ਕਹਿੰਦੀ, ਸਾਡੀ ਤਰਤੀਬ ਇੰਨੀ ਵਿਗੜੀ ਹੋਈ ਹੈ ਕਿ ਅੱਜ ਅਸੀਂ ਵਕਾਲਤ ਦੀ ਗੱਲਾਂ ਕਰਨ ਜੋਗੇ ਹੀ ਨਹੀਂ। ਜਿਸ ਥਾਵੇਂ ਮੈਂ ਅੱਜ ਬੋਲ ਰਹੀ ਹਾਂ, ਇਹ ਯਕੀਨਨ ਸਾਡੇ ਵਰਗੇ ਨਲਾਇਕ ਵਕੀਲਾਂ ਤੇ ਜੱਜਾਂ ਦੀ ਮਿਹਰਬਾਨੀਆਂ ਦਾ ਸਿੱਟਾ ਹੈ। ਅਸੀਂ ਕਦੇ ਵੀ ਨਹੀਂ ਸੋਚਿਆ ਕਿ ਸਾਡੇ ਸਮਾਜਿਕ ਤਾਣੇ ਬਾਣੇ ਦੇ ਹਰ ਪੜਾਅ ਵਿੱਚ ਅਪਰਾਧ ਪਣਪ ਰਹੇ ਨੇ। ਅਸੀਂ ਖੁਦ ਬਹੁਤ ਵੱਡੇ ਮੁਜਰਮ ਹਾਂ, ਮੁਜਰਮਾਂ ਦੀ ਤਾਦਾਦ ਦੇ ਵਧਣ ਪਿੱਛੇ। ਭਾਵੇਂ ਕਿ ਸਾਡੇ ਉੱਤੇ ਵੱਡੀਆਂ ਵੱਡੀਆਂ ਲਗਾਮਾਂ ਨੇ, ਲੰਬੇ ਕਾਲੇ ਕੋਟ ਨੇ, ਇਨਸਾਫ ਦੀ ਦਲੀਲ ਤੇ ਮੰਗਾਂ ਦੇ ਭੰਡਾਰ ਨੇ, ਪਰ ਸਾਡੇ ਕੋਲ ਖੁਦਦਾਰੀ ਦਾ ਗਰੂਰ ਕਦੋਂ, ਕਿੱਥੇ, ਕਿਹਨੇ ਖੋਲਿਆ, ਸਾਡੇ ਹਜੇ ਤੱਕ ਸਮਝ ਨਹੀਂ ਆਇਆ। ਕਪੂਰਥਲਾ ਜੇਲ੍ਹ ਵਿੱਚ ਚਰਨਪ੍ਰੀਤ ਸਿੰਘ ਕਹਿ ਰਿਹਾ, ਵੈਸੇ ਤੁਸੀਂ ਸੋਚਦੇ ਹੋਣੇ ਹੋ ਕਿ ਕੈਦੀਆਂ ਨਾਲ ਇਸ ਵਾਰਤਾਲਾਪ ਦਾ ਉਦਮ ਕਿਉਂ? ਗੱਲਾਂ ਤਾਂ ਉਸਾਰੂ ਨੇ, ਇਹਨਾਂ ਦਾ ਬਹੁਤਾ ਪ੍ਰਭਾਵ ਤੇ ਕਾਰਜ ਖੇਤਰ ਵੀ ਸੱਭਿਅਕ ਸਮਾਜ ਨਾਲ ਹੈ। ਆਖਰ ਅਸੱਭਿਅਕ ਐਲਾਨੇ ਜਾ ਚੁੱਕੇ ਕੈਦੀਆਂ ਨਾਲ ਇਹ ਗੁਫ਼ਤਗੂ ਕਿਉਂ? ਕੈਦੀਆਂ ਦੀ ਜ਼ਿੰਦਗੀ ਨਰਕ ਤੋਂ ਬਦਤਰ ਬਣਦੀ ਜਾ ਰਹੀ ਹੈ, ਸਰੀਰ ਪੱਖੋਂ ਨਹੀਂ, ਦਿਮਾਗ ਪੱਖੋਂ। ਵਿਦਿਅਕ ਅਦਾਰੇ ਅਪਰਾਧ ਪੈਦਾ ਕਰਦੇ ਪਏ ਨੇ। ਪਿੰਡਾਂ ਦੀ ਪੰਚਾਇਤੀ ਗੁੰਡਾ ਰਾਜ ਗੁਨਾਹਗਾਰਾਂ ਨੂੰ ਹੁਲਾਰਾ ਦਿੰਦੀ ਹੈ। ਮਗਰੋਂ ਪੀੜੀ ਜਾਂਦੀ ਹੈ ਉਸ ਵਰਗ ਦੀ ਨੌਜਵਾਨੀ ਜਿਹੜੀ ਘਰੋਂ ਨਿਕਲਦੀ ਹੈ ਨੇੜੇ ਤੇੜੇ ਰੁਜ਼ਗਾਰ ਦੀ ਭਾਲ ਵਿੱਚ। ਨਸ਼ਿਆਂ ਦੀ ਤਸਕਰੀ ਕਾਲਜਾਂ ਵਿੱਚ ਹੀ ਸ਼ੁਰੂ ਹੋਈ ਪਈ। ਮੁੰਡੀਰ ਜਿੰਨੀ ਫੈਸ਼ਨਾ ਪੱਟੀ ਹੈ, ਉਦੋਂ ਇਲਾਵਾ ਕੀ ਹੈ? ਮੇਰੇ ਖਿਆਲ ਵਿੱਚ ਇਹ ਸਭ ਵੇਰਵਾ ਘੱਟੋ ਘੱਟ ਜੇਲ੍ਹ 'ਚ ਬੈਠੇ ਕੈਦੀਆਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਅਮਨਪ੍ਰੀਤ ਸਿੰਘ ਗੱਲ ਅੱਗੇ ਜਾਰੀ ਰੱਖਦਾ, ਜਿਵੇਂ ਕਿ ਅਸੀਂ ਸਾਰੇ ਇੱਕ ਦੂਜੇ ਤੋਂ ਵਾਕਿਫ ਹਾਂ ਕਿ ਆਮ ਜ਼ਿੰਦਗੀ ਤੋਂ ਅਪਰਾਧ ਖੇਤਰ ਵੱਲ ਦਾਖਲ ਹੋਣ ਸਾਰ ਵਕਾਲਤ ਦੇ ਸਾਰੇ ਕਾਰਕੁਨ ਤੁਹਾਡੇ ਅੱਗੇ ਹਾਜ਼ਰ ਹੁੰਦੇ ਨੇ। ਭਾਵੇਂ ਹੁਣ ਇਹਨੂੰ ਤੁਸੀਂ ਆਪੋ ਆਪਣੇ ਤਜਰਬੇ ਮੁਤਾਬਕ ਜਮਦੂਤ ਕਹੋ, ਵੈਦ ਮੰਨੋ, ਦਲਾਲ ਸਮਝੋ ਜਾਂ ਵਿਕਾਊ ਬੈਂਗਣ, ਪਰ ਇੱਕ ਗੱਲ ਤਾਂ ਤੈਅ ਹੈ ਕਿ ਅਸੀਂ ਤੁਹਾਡੇ ਮਦਦਗਾਰ ਬਿਲਕੁਲ ਵੀ ਨਹੀਂ ਹੋ ਪਾ ਰਹੇ। ਜਿਹੜਾ ਤਬਕਾ ਅਪਰਾਧੀ ਸਿਰਜ ਰਿਹਾ ਹੈ, ਉਹੀ ਤਬਕਾ ਉਸੇ ਵਕਤ ਸਾਡੇ ਜਿਹੇ ਸਰਕਾਰੀ ਅਮਲੇ ਨੂੰ ਵੀ ਨਿਯੁਕਤੀ ਲਈ ਉਸੇ ਸਿੱਖਿਆ ਰਹਿਣ ਸਹਿਣ ਦੇ ਮੁਤਾਬਕ ਤਿਆਰ ਕਰ ਰਿਹਾ ਹੈ, ਜਿਹੜਾ ਕਿਤੇ ਨਾ ਕਿਤੇ ਹੰਕਾਰਹੀਣਤਾ ਦਰਮਿਆਨ ਟਕਰਾਅ ਵਿੱਚ ਪਿਸਦਾ ਪਿਆ ਹੈ। ਦਰਿਆਵਾਂ ਦੇ ਬੰਨ ਐਵੇਂ ਨਹੀਂ ਟੁੱਟਦੇ, ਕੁਝ ਗਲਤੀਆਂ ਬੂੰਦਾਂ ਵੀ ਕਰਦੀਆਂ ਨੇ। ਨੂਰ ਕਹਿੰਦੀ ਉੱਧਰ, ਭਾਵੇਂ ਪੱਥਰਾਂ ਨਾਲ ਰੂਹਾਂ ਬੰਨ ਸੁੱਟੇ, ਪਰ ਮੱਛੀਆਂ ਫੇਰ ਵੀ ਤਰਦੀਆਂ ਨੇ। ਨਾਲੇ ਤਹਿਜ਼ੀਬ ਦੀ ਸਮਝ ਜਦੋਂ ਰਲਗੱਡ ਹੋ ਜਾਵੇ, ਉਦੋਂ ਸਾਡੀ ਪਛਾਣ ਬੇਪਛਾਣ ਹੋਣੀ ਆਮ ਗੱਲ ਹੈ। ਗੱਲ ਇਹ ਨਹੀਂ ਕਿ ਸਿਰਫ ਹਿੰਦੁਸਤਾਨੀ ਪੰਜਾਬੀ ਹੀ ਪਾਗਲ ਹੋਏ ਨੇ। ਨਫ਼ਰਤ ਪਾਕਿਸਤਾਨੀ ਪੰਜਾਬੀਆਂ ਦੇ ਜ਼ਿਹਨ 'ਚ ਵੀ ਬਹੁਤਾਤ ਹੈ, ਪਰ ਮਜ਼ਹਬੀ ਇਖਤਲਾਫ ਦਾ ਇਲਾਜ ਮਜ਼ਹਬੀ ਬੰਦਸ਼ਾਂ ਵਿੱਚ ਰਹਿ ਕੇ ਕਦੀ ਨਹੀਂ ਹੋ ਸਕਦਾ। ਦੀਨ-ਏ ਇਸਲਾਮ ਬੇਪਨਾਹ ਮਕਬੂਲੀਅਤ ਰੱਖ ਕੇ ਵੀ ਜਿਹਾਦੀ ਫਲਸਫਾ ਮਨਫੀ ਨਹੀਂ ਕਰ ਪਾਇਆ। ਸਨਾਤਨ ਆਪਣੇ ਪਿਛੋਕੜ ਦਾ ਗਵਾਹ ਆਪ ਰਿਹਾ ਹੈ, ਪਰ ਫਿਰ ਵੀ ਹਿੰਦੁਸਤਾਨੀ ਤਹਿਜ਼ੀਬ ਵਿੱਚ ਬਾਬਾ ਨਾਨਕ ਦਾ ਮਹਿਫੂਜ਼ ਰਸਤਾ ਵੀ ਤੌਹੀਦ ਦੇ ਆਸ਼ਕਾਂ ਨੇ ਗੈਬੀ ਖੁਦਾਬੰਦ ਦਾ ਸ਼ੋਰ ਮਚਾ ਕੇ ਜਿਸ ਮੋੜ ਉੱਤੇ ਲੈ ਆਏ ਨੇ, ਸੂਫੀਅਤ ਤੇ ਬਾਬਾ ਨਾਨਕ ਜਿਸ ਧਾਰਾ ਵੱਲ ਤੁਰ ਪਏ ਸੀ, ਦੋਵਾਂ ਨੂੰ ਇਸਲਾਮ ਔਰ ਹਿੰਦੂ ਤਹਿਜ਼ੀਬ ਨੇ ਆਪਣੇ ਰੰਗ ਵਿੱਚ ਰੰਗਿਆ। ਪਰਮਜੀਤ ਕਹਿਣ ਲੱਗੀ, ਤੇ ਨਤੀਜਾ ਸਾਡੀ ਸੋਚ ਤੋਂ ਬਾਹਰਾ ਭਿਆਨਕ। ਸਾਡੀ ਯੂਨੀਵਰਸਿਟੀ ਲੈਵਲ ਦੀ ਸਟਾਫ ਲੜੀ ਇੱਕ ਅੰਦਰੂਨੀ ਜੰਗ ਵਿੱਚ ਫਸ ਗਈ ਹੈ। ਇਤਿਹਾਸ ਨੂੰ ਤੇ ਤਹਿਜ਼ੀਬਾਂ ਦੇ ਝਗੜਿਆਂ ਦਾ ਵਿਹੜਾ ਬਣਾ ਦਿੱਤਾ ਗਿਆ ਹੈ।
ਵਿਦਿਆਰਥੀ ਵਰਗ ਨੂੰ ਖਬਰ ਕਿੱਥੇ? ਉਹ ਤਾਂ ਵੱਡੇ ਵੱਡੇ ਸੁਪਨਿਆਂ ਤੋਂ ਲੈ ਕੇ ਘਟੀਆ ਖੇਤਰ 'ਚ ਜੁਮਲੇਬਾਜ਼ੀ ਦੇ ਅੰਦਰ ਰੁੱਝੇ ਹੋਏ ਨੇ। ਭਲਾ ਐਵੇਂ ਕਿਵੇਂ ਗੱਲਾਂ ਨਿਬੜਦੀਆਂ ਨੇ? ਸਾਡੇ ਦਰਮਿਆਨੀ ਪੁਲ ਇਹੀ ਤਾਂ ਹਨ। ਜਦੋਂ ਇਸ ਪੜਾਅ ਤੋਂ ਥਿੜਕਦੇ ਹਾਂ ਉਦੋਂ ਸਾਡਾ ਸਮਾਜਿਕ, ਆਰਥਿਕ, ਰਾਜਨੀਤਿਕ ਤੇ ਅਪਰਾਧਿਕ ਤਾਣਾ ਬਾਣਾ ਟੁੱਟਦਾ ਭੱਜਦਾ ਹੈ। ਨਿਰਾਸ਼ਤਾ ਤੇ ਨਾਪੱਖੀ ਵਾਤਾਵਰਣ ਬਹੁਤ ਵੱਧ ਫੈਲਦਾ ਹੈ। ਚਰਨਪ੍ਰੀਤ ਗੱਲ ਜਾਰੀ ਰੱਖਦਾ ਹੈ। ਤੇ ਇਸ ਸਭ ਵਿੱਚ ਜਿਹੜੇ ਸਮਾਜਿਕ ਢਾਂਚੇ ਵਿੱਚ ਉਸਾਰੇ ਹੋਏ ਸੰਸਥਾਨ ਨੇ, ਅਸੀਂ ਉਹਨਾਂ ਦੇ ਗੁਣ ਤੇ ਦੋਸ਼ ਦੋਵਾਂ ਦਾ ਜ਼ਿਕਰ ਕਰਕੇ ਆਪਣਾ ਸਮਾਂ ਨਹੀਂ ਗਵਾ ਸਕਦੇ। ਧਾਰਮਿਕ ਸੰਸਥਾਨਾਂ ਦੀ ਆਪਣੀ ਮਜਬੂਰੀਆਂ ਨੇ। ਉਹ ਭਾਵੇਂ ਕਿਸੇ ਵੀ ਫਿਰਕੇ ਦੇ ਹੋਣ, ਕਿਸੇ ਵੀ ਜਾਤ, ਮਜ਼ਹਬ ਤੇ ਧੜੇ ਦੇ ਹੋਣ। ਲੋਕਾਂ ਦੀ ਭੀੜ ਸਿਆਸਤਦਾਨਾਂ ਨੂੰ ਉੱਥੇ ਆਪਣਾ ਚੋਗਾ ਸੁੱਟਣ ਲਈ ਮਜਬੂਰ ਕਰਦੀ ਹੀ ਰਹੇਗੀ। ਸਾਡੇ ਜ਼ਿਹਨ ਵਿੱਚ ਵਾਰ-ਵਾਰ ਇਹ ਗੱਲ ਆਉਂਦੀ ਹੋਣੀ ਹੈ ਕਿ ਜੇਲ੍ਹਾਂ ਵਿੱਚ ਬੈਠਿਆਂ ਨੂੰ ਤੁਹਾਨੂੰ ਇਹ ਗੱਲ ਕਾਹਦੇ ਲਈ ਦੱਸ ਰਹੇ ਹਾਂ? ਕੀ ਮੈਂ ਗਲਤ ਸਮਝਿਆ? ਐਡਵੋਕੇਟ ਅਮਨਪ੍ਰੀਤ ਸਿੰਘ ਗੱਲ ਜਾਰੀ ਰੱਖਦਾ ਹੈ। ਤੁਹਾਨੂੰ ਪਤਾ ਹੈ, ਅਸੀਂ ਵਕੀਲੀ ਪੇਸ਼ੇ ਅੰਦਰ ਸਭ ਤੋਂ ਗੰਭੀਰਤਾ ਨਾਲ ਹਰ ਸਮੱਸਿਆ ਨੂੰ ਵੇਖ ਪਰਖਦੇ ਰਹਿੰਦੇ ਹਾਂ, ਕਿਉਂਕਿ ਸਾਡੇ ਕੋਲ ਪੜ੍ਹਨ ਦਾ ਵਿਹਲਾ ਸਾਹਿਤ ਨਹੀਂ ਹੁੰਦਾ। ਵਰਤਮਾਨ ਦੀ ਕੱਲੀ ਖਬਰ ਤੇ ਕਾਨੂੰਨ ਦੀ ਕਿਤਾਬ ਦੇ ਹਰ ਹਰਫ ਦੀ ਗੂੜੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਾਨੂੰ ਜ਼ਰੂਰਤ ਹੈ ਤਾਂ ਸਾਡੀ ਜੇਲ੍ਹਾਂ ਵਿੱਚ ਵੱਧ ਰਹੇ ਕੈਦੀਆਂ ਵਿੱਚ ਦਹਿਸ਼ਤ, ਪਰੇਸ਼ਾਨੀ ਅਤੇ ਸਮਾਜਿਕ ਧਾਰਨਾਵਾਂ ਦਾ ਤਲਿਸਮ ਤੋੜਨ ਦੀ। ਡਿਪਰੈਸ਼ਨ ਦੇ ਸ਼ਿਕਾਰ ਕੈਦੀਆਂ ਨੂੰ ਨਸ਼ਿਆਂ ਦੀ ਸਪਲਾਈ ਕੱਟਣ ਦਾ ਰਸਤਾ ਇਹੀ ਹੈ ਕਿ ਜ਼ਿੰਦਗੀ ਦੇ ਮਾਇਨੇ ਬਦਲੇ ਜਾਣ। ਇਹ ਕਾਰਜ ਕਰਨ ਤੋਂ ਸਮਾਜ ਮੁੱਕਰ ਗਿਆ ਹੈ। ਉਹ ਕਹਿੰਦਾ ਹੈ, ਸਾਨੂੰ ਬੰਨੇ ਵੱਟਾਂ ਦੀ ਅਣਖ, ਧੀ ਪੁੱਤਰ ਦੀ ਖੁਸ਼ੀ ਨਾਲੋਂ ਸ਼ਰੀਕੇ ਦੀ ਅਣਖ, ਆਪਣੀ ਅੜੀ ਪਗਾਉਣ ਦੀ ਹਿੰਡ ਕਿਸੇ ਦੀ ਜਾਨ ਨਾਲੋਂ ਵੱਧ ਕੀਮਤੀ ਹੈ। ਨੂਰ ਕਹਿੰਦੀ, ਇਹ ਕਾਰਜ ਕਰਨ ਤੋਂ ਕੌਮੀਅਤ ਮੁੱਕਰ ਗਈ ਹੈ। ਉਹ ਕਹਿੰਦੀ ਹੈ, ਇਨਸਾਨ ਤਾਂ ਸਿਰਫ ਮੋਹਰੇ ਹੀ ਹੁੰਦੇ ਨੇ। ਕੌਮੀਅਤ ਹੀ ਸਰਹੱਦਾਂ ਦੀ ਲਕੀਰ ਨੂੰ ਆਪਣੇ ਗੁਆਂਢੀ ਮੁਲਕ ਦੇ ਹੱਕਾਂ ਨੂੰ ਲੁੱਟਣ ਲਈ ਵਰਤੀ ਜਾਏਗੀ। ਅਗਰ ਵਰਤ ਸਕੀਏ ਜਾਂ ਨਾ, ਪਰ ਜ਼ਹਿਰ ਆਪਣੇ ਮੁਲਾਜ਼ਮਾਂ ਅੰਦਰ ਅਜਿਹਾ ਭਰ ਕੇ ਰੱਖਣਾ ਜੋ ਮਜਬੂਰ ਕਰੇ ਆਪਣੀ ਸਰਹੱਦ ਦੇ ਦਾਇਰੇ ਵਿੱਚ ਵਫਾਦਾਰ ਰਹੇ। ਵਫਾਦਾਰ ਦੀ ਅਖਲਾਕੀ ਜ਼ਰੂਰਤ ਜਿਸ ਆਵਾਮ ਨੂੰ ਹੋਣੀ ਚਾਹੀਦੀ ਹੈ, ਉਹ ਕਿਸੇ ਕੋਲ ਨਜ਼ਰ ਹੀ ਨਹੀਂ ਆਉਂਦੀ। ਪਰਮਜੀਤ ਕੌਰ ਗੱਲ ਜਾਰੀ ਰੱਖਦੀ ਹੈ। ਆਖਰ ਇਹ ਕਾਰਜ ਕਰਨ ਤੋਂ ਅਦਬ ਤੇ ਫਨਕਾਰੀ ਵੀ ਮੁੱਕਰ ਗਈ। ਬਾਰੀਕ ਤਰੀਕੇ ਨਾਲ ਆਪਣਾ ਮੁਲਕ ਚੰਗਾ, ਦੂਸਰੇ ਦਾ ਮਾੜਾ ਕਹਿੰਦੇ ਹੁਣ ਸਭ ਕੁਝ ਮਾੜਾ ਹੀ ਮਾੜਾ ਹੋਇਆ ਪਿਆ। ਆਪਣੇ ਮੁਲਕ ਤੋਂ ਵੀ ਬੇਜ਼ਾਰ, ਦੂਸਰੇ ਦਾ ਨਾਮ ਲੈਣਾ ਸਰਜ਼ਮੀ ਨਾਲ ਬੇਵਫਾਈ ਤੇ ਨਫ਼ਰਤਾਂ ਦੀ ਨਵੀਂ ਤਹਿਜ਼ੀਬ ਆਪਣੀ ਜੜ੍ਹਾਂ ਫੈਲਾ ਰਹੀ ਹੈ। ਇਨਸਾਨੀ ਕਦਰੋ ਕੀਮਤ ਮਨਫੀ ਕਰਕੇ ਕੀ ਲੈਣਾ ਚਾਹੁੰਦੇ ਹਾਂ? ਆਖਰ ਸਾਡੇ ਆਉਣ ਵਾਲੇ ਭਵਿੱਖ ਦਾ ਤਕਾਜ਼ਾ ਕੀ ਹੋਏਗਾ, ਇਸ ਬਾਬਤ ਕੌਣ ਸੋਚਦਾ? ਚਰਨਪ੍ਰੀਤ ਕਹਿੰਦਾ, ਸੋਚਣਾ ਵੀ ਬਹੁਤ ਮੁਸ਼ਕਿਲ ਪੈਮਾਨੇ ਰੱਖਦਾ ਹੈ। ਜਿੱਥੇ ਕਦਮ ਕਦਮ ਉੱਤੇ ਗਲਤਫਹਿਮੀਆਂ ਤੇ ਬੇਜ਼ਾਰੀ ਹੈ, ਆਖਰ ਖੁਦਮੁਖਤਿਆਰ ਜ਼ਿੰਦਗੀ ਵਿੱਚ ਕਿੰਨਾ ਕੁਝ ਦਫਨ ਹੋ ਚੁੱਕਾ ਹੈ। ਅਸੀਂ ਇਸ ਮੰਜ਼ਰ ਨੂੰ ਬਦਲਣਾ ਚਾਹੁੰਦੇ ਹਾਂ। ਇਨਸਾਨੀਅਤ ਤਿਲ ਤਿਲ ਕੇ ਮਰ ਰਹੀ ਹੈ, ਬਾਕੀ ਸਭ ਕੁਝ ਜੀ ਰਿਹਾ ਹੈ। ਵਕਤ ਦੀ ਬੇੜੀਆਂ ਵਿੱਚ ਕੱਟੇ ਜਾ ਰਹੇ ਪਲ ਤੇ ਬੇੜੀਆਂ ਵਿੱਚ ਪਾਏ ਹੋਏ ਵੱਟੇ ਕਿਹਦੇ ਹੱਥਾਂ ਦੇ ਮੁਹਤਾਜ ਨੇ? ਕੌਣ ਹੈ ਜੋ ਇਹ ਕਾਰਜ ਕਰ ਰਿਹਾ? ਇਹ ਸਭ ਬਾਅਦ ਵਿੱਚ ਵੇਖ ਲਾਂਗੇ, ਪਰ ਜੇਲ੍ਹਾਂ ਦੇ ਹਨੇਰੇ ਨੂੰ ਚਾਨਣੀਆਂ ਵਿੱਚ ਬਦਲਣ ਦੀ ਖੁਆਇਸ਼ ਰੱਖਦੇ ਹਾਂ। ਨਿਜ਼ਾਮਾਂ ਦੇ ਝਗੜੇ ਸਾਨੂੰ ਨਹੀਂ ਜੱਚਦੇ। ਅਸੀਂ ਰਾਜ ਤਖਤ ਉੱਤੇ ਬਹਿਣਾ ਵੀ ਨਹੀਂ ਚਾਹੁੰਦੇ। ਜੁਰਮ ਨੂੰ ਘਟਾਉਣ ਤੇ ਨਸ਼ਾ ਛਡਾਊ ਕੇਂਦਰਾਂ ਦੀ ਭਰਮਾਰ ਪੰਜਾਬੀਅਤ ਨੂੰ ਖਾ ਗਈ ਹੈ। ਹੁਣ ਉਸ ਲੜੀ ਨੂੰ ਤੋੜਨ ਦਾ ਹੋਰ ਕੋਈ ਵੀ ਰਸਤਾ ਨਹੀਂ ਬਚਿਆ। ਐਡਵੋਕੇਟ ਅਮਨਪ੍ਰੀਤ ਸਿੰਘ ਕਹਿੰਦਾ, ਮੈਂ ਮੰਗ ਕਰਦਾ ਹਾਂ, ਜੇਕਰ ਤੁਸੀਂ ਸਾਰੇ ਹਾਮੀ ਭਰੋ, ਆਪਣੇ ਨਾਲ ਜਿਉਣ ਦਾ ਖੁਆਬ ਹੋਰ ਮਜ਼ਬੂਤ ਕਰੋ, ਤਾਂ ਅਸੀਂ ਵੀ ਸਰਕਾਰ ਤੇ ਅਦਾਲਤਾਂ ਤੋਂ ਮੰਗ ਕਰੀਏ ਕਿ ਜੇਲ੍ਹ ਦੀ ਸਜ਼ਾ ਯਾਫਤਾ ਮਾਹੌਲ ਨੂੰ ਇੱਕ ਗਿਆਨ ਤੇ ਸਮਾਜਿਕ ਚੇਤਨਾ ਦਾ ਨਵਾਂ ਸੋਮਾ ਬਣਾਉਣ ਦੀ ਕੋਸ਼ਿਸ਼ ਕਰ ਸਕੀਏ। ਬੱਚਿਆਂ ਨੂੰ ਅਸੀਂ ਕੁਝ ਨਹੀਂ ਸਿਖਾ ਸਕਦੇ ਜਦੋਂ ਤੱਕ ਉਹ ਉੱਪਰਲੀ ਪਹੁੰਚ ਦੀ ਧਾਰਾ ਗੰਦਲੀ ਰਹੇਗੀ। ਬੱਚਿਆਂ ਤੱਕ ਸਾਡੀ ਪਹੁੰਚ ਦੂਰ ਰਹਿਣੀ ਹੈ। ਪੀੜ੍ਹੀਆਂ ਨੂੰ ਸਿਖਾਇਆ ਕੁਝ ਵੀ ਨਹੀਂ ਜਾ ਸਕਦਾ, ਉਹ ਤੇ ਸਾਨੂੰ ਵੇਖ ਸਿੱਖਦੀਆਂ ਨੇ। ਸਾਡੀਆਂ ਗਲਤੀਆਂ ਉੱਤੇ ਉਹਨਾਂ ਦੀ ਗੂੜੀ ਨਜ਼ਰ ਹੁੰਦੀ ਹੈ। ਸਾਡੇ ਚਿਹਰਿਆਂ ਦੇ ਭਾਵਾਂ ਵਿੱਚ ਲੁਕੀ ਮੱਕਾਰੀ ਸਾਡੀ ਝੁਰੜੀਆਂ ਤੋਂ ਪਹਿਲਾਂ ਬੱਚਿਆਂ ਦੀ ਨਜ਼ਰ ਪਹਿਚਾਣ ਲੈਂਦੀ ਹੈ। ਨੂਰ ਜਨੈਨਾ ਆਖਰੀ ਗੱਲ ਕਹਿੰਦੀ, ਇਸ ਲਈ ਮੁਕੱਦਰ ਕੋਲੋਂ ਲੇਖੇ ਨਾ ਮੰਗੋ ਤੇ ਇਨਸਾਫ ਦਾ ਹੱਕ ਤੁਹਾਨੂੰ ਅਦਾਲਤਾਂ ਦੇਣ ਲੱਗੀਆਂ ਹੋਣ।
ਤੁਹਾਡੇ ਤੋਂ ਬਹੁਤਾਤ ਨੂੰ ਵਧੀਕੀਆਂ ਵੀ ਸਹਿਣੀਆਂ ਪਈਆਂ ਹੋਣਗੀਆਂ ਤੇ ਅਸਲ ਗੁਨਾਹਗਾਰ ਵੀ ਬਾਹਰ ਬੈਠੇ ਹੋਣੇ ਆ। ਮਸਲੇ ਜਿੱਦਾਂ ਦੇ ਉਦੋਂ ਤੱਕ ਦਿਮਾਗ ਉੱਤੇ ਵਜ਼ਨ ਪਾ ਕੇ ਬੈਠੇ ਰਹਿਣਗੇ ਜਦੋਂ ਤੱਕ ਤੁਹਾਡੇ ਜ਼ਿਹਨ ਅੰਦਰ ਜੰਗਨਾਮਾ ਮੁਕੰਮਲ ਰੂਪ ਵਿੱਚ ਕੋਈ ਨਤੀਜਾ ਨਹੀਂ ਵੇਖ ਲੈਂਦਾ। ਤੁਹਾਡੇ ਕੋਲੋਂ ਕੋਈ ਵੀ ਕੈਦੀ ਆਵੇ, ਤੁਹਾਡੇ ਵਾਸਤੇ ਪਰਿਵਾਰ ਦਾ ਜੀ ਹੈ, ਉਹਦਾ ਭਲਾ ਬੁਰਾ ਤੁਹਾਡੀ ਅੱਖਾਂ ਸਾਹਮਣੇ ਹੋਣਾ ਹੈ। ਜੇਲੋਂ ਬਾਹਰ ਠੇਕੇ ਚਿੱਟਾ ਸਮੈਕ ਹੈਰੋਇਨ ਦੀਆਂ ਖੇਪਾਂ ਵੰਡਦੇ ਆਉਣ ਵਾਲਿਆਂ ਨੂੰ ਯਕੀਨਨ ਮਾਨਸਿਕ ਇਲਾਜ ਦੀ ਜ਼ਰੂਰਤ ਤਲਬ ਰਹੇਗੀ। ਬਾਹਰ ਦੀ ਗੰਦੀ ਸਿਆਸਤ, ਘਟੀਆ ਸਿੱਖਿਆ ਤੇ ਗੈਰ ਜ਼ਿੰਮੇਵਾਰ ਧੜੇ, ਆਗੂ, ਵਿਚਾਰਧਾਰਾਵਾਂ ਤੇ ਸਮਾਜ ਕਿੰਨਾ ਕੁ ਸਹਾਈ ਹੈ, ਇਹ ਤੁਸੀਂ ਸਾਰੇ ਵੇਖ ਕੇ ਇੱਥੇ ਆਇਓ। ਸੁਧਾਰ ਦਾ ਰਸਤਾ ਹਮੇਸ਼ਾ ਖੁੱਲ੍ਹਾ ਹੁੰਦਾ ਹੈ, ਪਰ ਫਿਰ ਵੀ ਇੱਕ ਇਨਸਾਨੀ ਰਸੂਖ ਨੂੰ ਸੰਭਾਲਦੇ ਹੋਏ ਤੁਹਾਡੇ ਆਪਣੇ ਲੋਕ ਉੱਦਮ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਨੇ। ਤੁਹਾਡੇ ਸਾਥ, ਪਿਆਰ ਤੇ ਜ਼ਿੰਦਾਦਿਲੀ ਦੀ ਬੇਹੱਦ ਜ਼ਰੂਰਤ ਹੈ। ਲਾਮਿਸਾਲ ਹੋਏਗਾ ਜੇਕਰ ਇੰਨੇ ਵੱਡੇ ਮੁਲਕ ਦੇ ਸਿੱਖਿਆ ਦੇ ਮਹਾਜਾਲ ਵਿੱਚ ਛਟਪਟਾ ਰਹੇ ਕੁਰਾਹੇ ਪਏ ਨੌਜਵਾਨਾਂ ਨੂੰ ਜੇਲ੍ਹ ਵਿੱਚੋਂ ਨਵੀਂ ਜ਼ਿੰਦਗੀ ਮਿਲੇ, ਤਾਂ ਮੈਂ ਬਹੁਤ ਯਕੀਨ ਨਾਲ ਕਹਿ ਸਕਦੀ ਹਾਂ ਕਿ ਹਕੂਮਤਾਂ ਨੂੰ ਆਪਣੀ ਨਫ਼ਰਤ ਦੀ ਸਿਆਸਤ ਬੰਦ ਕਰਨੀ ਪੈ ਜਾਏਗੀ। ਸਮਾਂ ਆਏਗਾ, ਉਹ ਵੀ ਤੁਹਾਡੇ ਸਭਨਾਂ ਦੇ ਉਦਮ ਸਦਕਾ। ਬਾਹਰ ਗਿਆਨ ਦੇ ਕੇਂਦਰਾਂ ਵਿੱਚੋਂ ਗੁਨਾਹ ਖੱਟਣ ਵਾਲਿਓ ਵੀਰੋ, ਚਾਨਣ ਦੇ ਦੀਵੇ ਤੁਹਾਡੇ ਹੱਥਾਂ ਵਿੱਚ ਜਦੋਂ ਜਗਣ ਲੱਗਣਗੇ, ਉਸ ਦਿਨ ਹੀ ਅਸਲ ਇਨਕਲਾਬ ਵਾਪਰਨਾ ਹੈ। ਇਹ ਕਿਸੇ ਪਾਰਲੇ ਸੰਸਾਰ ਦੀ ਗੱਲ ਨਹੀਂ, ਇੱਥੇ ਹੀ ਵਾਪਰੇਗਾ, ਕਿਉਂਕਿ ਇੱਕ ਚਾਨਣ ਖੋ ਨਾ ਹੋਇਆ ਮੱਸਿਆ ਦੀ ਰਾਤਾਂ ਤੋਂ। ਪਰਮਜੀਤ ਕਹਿਣ ਲੱਗੀ, ਇੱਥੇ ਤਾਰੇ ਟੁੱਟਦੇ ਰਹਿ ਗਏ ਬੱਦਲਾਂ ਦੀਆਂ ਜ਼ਾਤਾਂ ਤੋਂ। ਚਰਨਪ੍ਰੀਤ ਕਹਿੰਦਾ, ਦਿਲ ਡਾਢਾ ਸੀ ਕੁਰਲਾਇਆ, ਇਹ ਜੱਗ ਕਾਤੋਂ ਮੁਰਝਾਇਆ। ਅਮਨਪ੍ਰੀਤ ਕਹਿੰਦਾ, ਰਿਹਾ ਸਿਫਰ ਗੁਲਾਬੀ ਹੋਇਆ ਸਦਰਾਂ ਦੀਆਂ ਮਾਤਾਂ ਤੋਂ। ਚਾਰੇ ਜਣੇ ਚਾਰੋਂ ਜੇਲਾਂ ਵਿੱਚ ਇੱਕੋ ਸੁਰ ਬੋਲੇ, ਇੱਕ ਚਾਨਣ ਖੋ ਨਾ ਹੋਇਆ ਮੱਸਿਆ ਦੀ ਰਾਤਾਂ ਤੋਂ। ਗੁਲਾਬੀ ਤਾਰਾ ਉਦਾਸੀਆਂ ਨਜ਼ਰਾਂ ਨਾਲ ਨਹੀਂ ਡੁੱਬਿਆ, ਇੱਕ ਚੜ੍ਹਦੇ ਜਲਾਲ ਵਾਂਗ ਖਿੜਦਾ ਗਿਆ ਸੀ। ਸਾਨੂੰ ਨਹੀਂ ਖਬਰ ਇਹ ਤਾਰੇ ਕਿਹੜੀ ਪਰਾਭੌਤਿਕ ਤਰੰਗਾਂ ਦੇ ਸਿਰਜੇ ਹੁੰਦੇ ਨੇ, ਜਾਂ ਕਿਹੜੀ ਉਹ ਜਗ੍ਹਾ ਹੈ, ਕਿਹੜਾ ਉਹ ਬਾਗ ਹੈ ਜਿੱਥੇ ਅਜਿਹੀਆਂ ਸਦਰਾਂ ਦੇ ਫੁੱਲ ਮੌਤ ਤੱਕ ਮਹਿਕਦੇ ਨੇ। ਪਰ ਸਾਨੂੰ ਇੰਨਾ ਰਸ਼ਕ ਜ਼ਰੂਰ ਹੈ ਕਿ ਅਨਪੜ੍ਹਤਾ ਦੇ ਖਜ਼ਾਨੇ ਭਰ ਕੇ ਉਸਤਾਦ ਹੋਣ ਦਾ ਦੰਭ ਛੱਡ ਕੇ ਜੇ ਸਿੱਖਿਆਰਥੀ ਹੋ ਕੇ ਜਿਉਣਾ ਹੈ, ਤਾਂ ਆਪਣੀ ਰੀਝਾਂ ਸਵਾਸਾਂ ਦੇ ਖਜ਼ਾਨੇ ਬਹੁਮੁੱਲੇ ਜੀਵਨ ਵਿੱਚ ਸੌਂਪਣ ਦੇ ਜਿਗਰੇ ਰੱਖਣੇ ਪੈਣਗੇ। ਇਸ ਲਈ ਸਾਨੂੰ ਵਾਰ-ਵਾਰ ਸਵਾਲ ਨਾ ਕਰੋ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਸਾਡੇ ਉੱਤੇ ਅੱਤਵਾਦੀ, ਬਾਗੀ, ਨੀਚ, ਬੇਲਿਹਾਜ਼, ਨਿਰਮੋਹੇ ਵਰਗੇ ਲਕਬ ਨਾ ਵੰਡੋ। ਅਸੀਂ ਨਵੀਂ ਤਹਿਜ਼ੀਬ ਸਿਰਜ ਰਹੇ ਹਾਂ, ਜਿਸ ਦੇ ਵਿੱਚ ਤੁਹਾਡੇ ਵੱਟੇ ਦਾ ਰੁੱਸਾ, ਤੁਹਾਡੇ ਵੱਟੇ ਦੀ ਖੁਸ਼ੀ, ਤੁਹਾਡੇ ਜਿਹੀਆਂ ਰੀਝਾਂ ਨੂੰ ਕੋਈ ਥਾਂ ਨਹੀਂ ਮਿਲਣੀ। ਤੁਹਾਨੂੰ ਤੁਹਾਡਾ ਮਾਰੂਥਲ ਮੁਬਾਰਕ ਹੋਵੇ, ਜਿੱਥੇ ਤੁਸੀਂ ਭਟਕੋ, ਖੇਡੋ, ਖੇ ਉਡਾਵੋ, ਜਾਂ ਭਾਵੇਂ ਉੱਡਦੇ ਵਾਹ ਵਰੋਲੇ ਵੇਖ ਕੇ ਜ਼ਿੰਦਗੀ ਗੁਜ਼ਾਰ ਦੇਵੋ। ਮੌਲਾ ਨਿਗਹਿਬਾਨ ਹੈ। ਅੱਲਾ ਹਾਫਿਜ਼। ਸਿਫਰ ਨਵੀਸੀ ਕਾਇਮ ਰਹੇ। ਤੁਹਾਡਾ ਆਪਣਾ ਸਿਫਰ ਨਵੀਸ। ਇਹ ਜੋ ਜਮਹੂਰੀਅਤ ਦਾ ਨਿਜ਼ਾਮ ਹੈ, ਇਹੀ ਭੀੜਤੰਤਰ ਦਾ ਅੰਨਾ ਰੂਪ ਹੈ। ਇਹਦੇ ਅੰਬਰੀ ਜਲੌ ਸਜਿਆ ਹੈ ਤਾਰਿਆਂ ਦਾ, ਜਿਹਦੇ ਕਰਕੇ ਲੁਕਾਈ ਖੁਦ ਨੂੰ ਇਸ ਸਰਜ਼ਮੀ ਦੇ ਵਾਰਿਸ ਨਹੀਂ, ਬਲਕਿ ਭੌਤਿਕ ਗਿਆਨ ਵਿਹੂਣੇ ਜੁਗਨੂ ਦੇ ਰਹੀ ਹੈ। ਲੋਕਾਂ ਦੀਆਂ ਨਜ਼ਰਾਂ ਪਰਾਬੈਂਗਣੀ ਕਿਰਨਾਂ ਨੇ ਨੀਲੀਆਂ ਕਰ ਛੱਡੀਆਂ ਨੇ, ਜਿਹਦੇ ਕਰਕੇ ਸਤਰੰਗੀ ਦੁਨੀਆ ਅੱਜ ਫਿੱਕੀ ਜਾਪਦੀ ਹੈ। ਦੀਵਿਆਂ ਨੂੰ ਜਗਣ ਦੀ ਮਨਾਹੀ ਹੈ, ਪਰ ਤਾਰੇ ਦੀਵਿਆਂ ਦੀ ਲੌ ਬੁਝਣ ਨਹੀਂ ਦਿੰਦੇ। ਇਸ ਜਮਹੂਰੀਅਤ ਦੇ ਖੇਰੂ ਖੇਰੂ ਹੋਏ ਅੰਨੇ ਰੌਲੇ ਤੇ ਅੰਬਰੀ ਤੈਰਦੀ ਆਕਾਸ਼ ਗੰਗਾ ਤੋਂ ਟੁੱਟ ਕੇ ਡਿੱਗੇ ਗੁਲਾਬੀ ਤਾਰਿਆਂ ਦਾ ਕਿੱਸਾ ਹੈ ਇਹ ਸਿਫਰਨਾਮਾ, ਜਿਹਨੂੰ ਵਾਚਣ ਵਾਲਿਆਂ ਲਈ ਕੋਈ ਸੱਦਾ ਨਹੀਂ, ਪਰ ਰਾਹ ਜਾਂਦੇ ਸੂਰਜਾਂ ਨੂੰ ਬੇਨਤੀ ਜ਼ਰੂਰ ਹੈ ਕਿ ਦੀਵੇ ਜਗਦੇ ਰਹਿਣ ਦਿਵੋ। ਤੁਹਾਡੇ ਸਾਰਿਆਂ ਦੀ ਰੋਸ਼ਨੀ ਦੀ ਹੱਦ ਕਾਗਜ਼ੀ ਫੁੱਲਾਂ ਦੇ ਕੋਲੋਂ ਮਹਿਕ ਲੱਭਣ ਵਰਗੀ ਹੈ, ਕਿਉਂਕਿ ਇਤਰਾਂ ਦੀ ਮਹਿਕ ਸਦੀਵੀ ਨਹੀਂ ਰਹਿੰਦੀ। ਅੰਨੀ ਭੱਜ ਦੌੜ ਅੱਖਰਾਂ ਉੱਤੋਂ ਨਜ਼ਰਾਂ ਲੰਘਾਉਣ ਲਈ ਵਰਤਣ ਵਾਲਿਓ, ਵੇਖਿਓ ਕਿਤੇ ਤੁਹਾਡੇ ਆਲੇ ਦੁਆਲੇ
ਕੋਈ ਗੁਲਾਬੀ ਤਾਰੇ, ਕੋਈ ਅਨਪੜ੍ਹ ਉਸਤਾਦ ਤੇ ਕਿਧਰੇ ਬਾਬਾ ਸਿਫਰ, ਖੁਸ਼ ਤਾਂ ਨਹੀਂ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।